ਸਾਹਿਬਾ ਡੁੱਬਦਾ ਪੱਥਰ ਰੀਜੈ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਤਿਲੰਗ ਬਾਣੀ ਭਗਤਾਂ ਕੀ ਕਬੀਰ ਜੀਓ। ਇਕ ਓੰਕਾਰ ਸਤਿਗੁਰ ਪ੍ਰਸਾਦ। वेद कतेब इफतरा भाई दिल का फिक्र ना जाए। टुक दम करारी जो करो हाजर हजूर खुदाए। वेद कतेब इफतरा भाई दिल का फिक्र ना जाए। टुक दम करारी जो करो हाजर हजूर खुदाए। बंदे खोज दिल हर रोज ना फिर परेशानी माहे। यह जो दुनिया सेहर मेला दस्तगीरी नाहे रहाओ। दरोग पढ़ पढ़ खुशी होए बेखबर बाद बकाहे। हक सच खालक खलक म्याने श्याम मूरत नाहे। आसमान मेहाने नहंग दरिया गुसल करदन बूंद। कर फकर दायम लाए चश्मे जहाँ तहाँ मौजूद। अल्लाह पाक है शक करो जे दूसर होए। कबीर कर्म करीम का ओ करे जाने सोए। अल्लाह पाक पाक है शक करो जे दूसर होए। कबीर कर्म करीम का ओह करे जाने सोए। जुगो जुगे अटल चबर शतर तख्त के मालक निमानियों के मान गुरु नितानियों के तान गुरु गुरु गरीब निवाज साहिब सतगुरु
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਔਰ ਪਵਿੱਤਰ ਚਰਨਾਂ ਕਮਲਾਂ ਦੇ ਵਿੱਚ ਸਭਾਈਮਾਨ ਹੋਈ ਬੈਠੀ ਬੜੀ ਹੀ ਸ਼ਰਧਾ ਔਰ ਭਾਵਨਾ ਦੇ ਨਾਲ ਸਜੇ ਹੋਏ ਦੀਵਾਨਾਂ, ਸ਼ਾਮਾਂ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਨਾ ਕਰ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਭਾਗਾਂ ਵਾਲੇ ਆ ਆਪਾਂ ਸਾਰਿਆਂ ਨੂੰ ਗੁਰੂ ਚਰਨਾਂ ਦੇ ਵਿੱਚ ਜੁੜ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ। ਸਤਿਗੁਰੂ ਜੀ ਦੀ ਬਾਣੀ ਦੇ ਵਿੱਚ ਮਾਲਕ ਨੇ ਅਨੇਕਾਂ ਵਾਰ ਗੁਰੂ ਦੀ ਉਪਮਾ ਕੀਤੀ ਹੈ, ਗੁਰੂ ਦੇ ਸ਼ਬਦ ਦੀ ਉਪਮਾ ਕੀਤੀ ਹੈ। ਜਿਸ ਤਰ੍ਹਾਂ ਸਤਿਗੁਰੂ ਗੁਰੂ ਰਾਮਦਾਸ ਜੀ ਦਾ ਆਪਾਂ ਬਚਨ ਪੜ੍ਹਦੇ ਹਾਂ, ਮਾਲਕ ਜੀ ਕਹਿੰਦੇ ਨੇ ਬਾਣੀ ਗੁਰੂ, ਗੁਰੂ ਹੈ ਬਾਣੀ। ਇਹ ਗੁਰੂ ਗ੍ਰੰਥ ਸਾਹਿਬ ਦਾ ਜੋ ਉਪਦੇਸ਼ ਹੈ, ਜੋ ਗੁਰੂ ਸਾਹਿਬਾਨਾਂ ਨੇ ਸਾਨੂੰ ਲਿਖ ਕੇ ਦਿੱਤਾ, ਇਹ ਹੈ ਗੁਰੂ ਦੀ ਬਾਣੀ, ਗੁਰੂ ਦੇ ਮੁਖ ਚੋਂ ਉਚਾਰਨ ਕੀਤੀ ਹੋਈ ਗੁਰਬਾਣੀ। ਤੇ ਸਤਿਗੁਰੂ ਜੀ ਨੇ ਬਚਨ ਕਹੇ, ਮਾਲਕ ਜੀ ਕਹਿੰਦੇ ਇਹੀ ਸਾਡਾ ਗੁਰੂ ਹੈ, ਸ਼ਬਦ ਗੁਰੂ। ਔਰ ਬੜਾ ਪਿਆਰਾ ਨਾਲ ਸਤਿਗੁਰੂ ਜੀ ਨੇ ਇੱਕ ਨੁਕਤਾ ਦੱਸਿਆ ਵੀ ਗੁਰੂ ਤੇ ਹੈ ਸਾਡਾ ਬਾਣੀ, ਗੁਰੂ ਤੇ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ। ਪਰ ਨਾਲ ਹੀ ਮਾਲਕ ਨੇ ਇਹ ਵੀ ਕਹਿਤਾ, ਕਹਿੰਦੇ ਜਿੰਨਾ ਚਿਰ ਗੁਰੂ ਦੀ ਗੱਲ ਮੰਨਾਂਗੇ ਨਹੀਂ ਨਾ, ਉਹਨਾਂ ਚਿਰ ਮੂੰਹ ਨਾਲ ਤੇ ਕਹੀ ਜਾਵਾਂਗੇ ਵੀ ਤੂੰ ਮੇਰਾ ਗੁਰੂ ਤੇ ਮੈਂ ਤੇਰਾ ਚੇਲਾ, ਪਰ ਉਹਦਾ ਕੋਈ ਫਾਇਦਾ ਨਹੀਂ ਹੋਣਾ ਆਪਾਂ ਨੂੰ ਜਿੰਨਾ ਚਿਰ ਗੁਰੂ ਦੇ ਬਚਨਾਂ ਨੂੰ, ਗੁਰੂ ਦੀ ਗੱਲ ਨੂੰ ਮੰਨਾਂਗੇ ਨਾ। ਕਿਉਂਕਿ ਬਦਲਾਵ ਜੀਵਨ ਦੇ ਵਿੱਚ ਤਾਂ ਹੀ ਆਉਣਾ ਹੈ ਜੇ ਗੁਰੂ ਦੇ ਦਰਸਾਏ ਹੋਏ ਮਾਰਗ ਤੇ ਗੁਰੂ ਦੇ ਅਨੁਸਾਰ ਜੋ ਗੁਰ ਕਹੈ ਸੋਈ ਭਲ ਮਾਨੋ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਜੇ ਗੁਰੂ ਦੇ ਅਨੁਸਾਰ ਜੋ ਗੁਰੂ ਦੱਸਦਾ ਹੈ ਉਸ ਦੇ ਅਨੁਸਾਰ ਅਸੀਂ ਜੀਵਨ ਬਦਲਾਂਗੇ, ਤਬਦੀਲੀ ਤਾਂ ਆਉਣੀ ਹੈ। ਦਾਸ ਤੇ ਕਈ ਵਾਰੀ ਬੇਨਤੀ ਕਰਦਾ ਹੈ ਵੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਨਾ, ਇਹ ਇੱਕ ਰਸਤਾ ਹੈ ਸੰਸਾਰ ਤੋਂ ਨਿਰੰਕਾਰ ਤੱਕ ਪਹੁੰਚਣ ਦਾ। ਹੁਣ ਰਸਤਾ ਤੇ ਬਣਿਆ ਹੋਇਆ ਹੈ, ਉਹ ਰਸਤਾ ਪੱਕਾ ਹੋਵੇ, ਜਿਵੇਂ ਦਾ ਮਰਜ਼ੀ ਹੋਵੇ। ਚੇਤੇ ਰੱਖਿਓ, ਜੇ ਰਸਤਾ ਤੇ ਹੈ, ਜਿੰਨਾ ਚਿਰ ਰਾਹੀ ਉਸ ਰਸਤੇ ਤੇ ਤੁਰੇਗਾ ਨਾ ਮੰਜ਼ਿਲ ਤੇ ਨਹੀਂ ਪਹੁੰਚੇਗਾ। ਹੁਣ ਰਸਤਾ ਤੇ ਗੁਰੂ ਸਾਹਿਬ ਨੇ ਦੇਤਾ, ਸਾਨੂੰ ਦੱਸਤਾ ਵੀ ਗੁਰੂ ਕਿਆ ਸਿੱਖਾ ਆਹ ਕਰਮ ਕਰ, ਜੀਵਨ ਦੇ ਵਿੱਚ ਆਹ ਗੁਣ ਪੈਦਾ ਕਰ ਲੈ। ਪਰਮਾਤਮਾ ਇਹ ਹੋ ਸਕਦਾ ਹੀ ਨਹੀਂ ਵੀ ਰੱਬ ਤੈਨੂੰ ਮਿਲੇ ਨਾ, ਮਲਕ ਜੀ ਕਹਿੰਦੇ ਮਿਲੇਗਾ ਹੀ ਮਿਲੇਗਾ। ਇਹਦੇ 'ਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਵੀ ਰੱਬ ਮਿਲੇਗਾ ਹੀ ਮਿਲੇਗਾ, ਇਹਦੇ 'ਚ ਕੋਈ ਦੋ ਰਾਏ ਨਹੀਂ। ਪਰ ਤੈਨੂੰ ਆਪਣੇ ਆਪ ਨੂੰ ਸਵਾਰਨਾ ਪੈਣਾ, ਤੈਨੂੰ ਗੁਰੂ ਦੇ ਬਚਨਾਂ ਨੂੰ ਮੰਨਣਾ ਪੈਣਾ। ਹੁਣ ਸੁਣਿਓ, ਸਤਿਗੁਰੂ ਜੀ ਨੇ ਕਿਹਾ, ਮਾਲਕ ਜੀ ਕਹਿੰਦੇ ਨੇ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ। ਅੰਮ੍ਰਿਤ ਸਾਰੇ ਦਾ ਮਤਲਬ ਇਹ ਹੈ ਵੀ ਸਤਿਗੁਰੂ ਜੀ ਨੇ ਇਹਦੇ ਵਿੱਚ ਰੂਹਾਨੀਅਤ ਜਿਹੜੀ ਹੈ ਉਹ ਲੁਕੋ ਕੇ ਰੱਖੀ ਹੈ। ਆਤਮਿਕ ਜੀਵਨ ਹੈ ਗੁਰਬਾਣੀ ਦੇ ਵਿੱਚ, ਜੀਵਨ ਦੇ ਵਿੱਚ ਗੁਣ ਆ, ਗੁਰਬਾਣੀ ਦੇ ਵਿੱਚ ਗੁਣ ਆ। ਨਾਲ ਹੀ ਸਤਿਗੁਰੂ ਜੀ ਨੇ ਕਹਿਤਾ ਗੁਰਬਾਣੀ ਕਹੈ, ਗੁਰੂ ਨੇ ਬਚਨ ਕਹਿਤਾ, ਗੁਰੂ ਨੇ ਬਾਣੀ ਕਹਿਤੀ। ਅੱਗੇ ਬਚਨ ਹੈ ਸੇਵਕ ਜਨ ਮੰਨੈ। ਹੁਣ ਜੇ ਸੇਵਕ ਜਨ ਸਿੱਖ ਮੰਨ ਲਏ ਤੇ ਸਤਿਗੁਰੂ ਜੀ ਕਹਿੰਦੇ ਅਸੀਂ ਦਾਅਵਾ ਕਰਦੇ ਹਾਂ ਵੀ ਪ੍ਰਤੱਖ ਗੁਰੂ ਨਿਸਤਾਰੇ, ਉਹਦਾ ਨਿਸਤਾਰਾ ਹੋਣਾ ਹੀ ਹੋਣਾ। ਫਿਰ ਗੱਲ ਆ ਗਈ ਵੀ ਗੱਲ ਅਸੀਂ ਵੀ ਮੰਨਾਂਗੇ ਤਾਂ। ਹੁਣ ਆਓ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਆਪਾਂ ਹਾਜ਼ਰੀਆਂ ਭਰ ਰਹੇ ਹਾਂ। ਕੋਸ਼ਿਸ਼ ਕਰਿਆ ਕਰੋ ਜਦੋਂ ਗੁਰਦੁਆਰੇ ਆਈਏ ਨਾ, ਤੇ ਸਤਿਗੁਰੂ ਜੀ ਕਹਿੰਦੇ ਨੇ ਗੁਰਦੁਆਰੇ ਹੋਏ ਸੋਝੀ ਪਾਏ ਸੀ। ਜਦੋਂ ਵੀ ਅਸੀਂ ਗੁਰਦੁਆਰੇ ਆਉਣਾ, ਸਾਡਾ ਇੱਕ ਮੇਨ ਟੀਚਾ ਹੋਣਾ ਚਾਹੀਦਾ ਹੈ, ਸਾਡਾ ਇੱਕ ਮਕਸਦ ਹੋਣਾ ਚਾਹੀਦਾ ਵੀ ਮੈਂ ਗੁਰਦੁਆਰਿਓਂ ਸਿੱਖਣ ਚੱਲਿਆ, ਮੈਂ ਗੁਰਦੁਆਰੇ ਮੱਥਾ ਟੇਕਣ ਨਹੀਂ ਚੱਲਿਆ। ਅਸੀਂ ਕਹਿੰਦੇ ਹਾਂ ਨਾ ਵੀ ਮੈਂ ਮੱਥਾ ਟੇਕ ਆਵਾਂ। ਮੈਂ ਇਹ ਸੋਚ ਇਹ ਲੈ ਕੇ ਆਇਆ ਕਰੋ ਵੀ ਮੈਂ ਗੁਰਦੁਆਰੇ ਗੁਰੂ ਦੀ ਸਿੱਖਿਆ ਲੈਣ ਜਾਣਾ। ਹੁਣ ਕੋਈ ਕਵੇ ਵੀ ਮੈਂ ਸਕੂਲੇ ਜਾਣਾ, ਮੱਥਾ ਟੇਕਣ ਜਾਣਾ, ਕੋਈ ਗੱਲ ਬਣਦੀ ਹੈ? ਸਕੂਲ ਦੇ ਵਿੱਚ ਚੇਤੇ ਰੱਖਿਆ ਜੇ ਜਿਸ ਤਰ੍ਹਾਂ ਸਕੂਲ ਦੇ ਵਿੱਚ ਦੁਨਿਆਵੀ ਵਿੱਦਿਆ ਦਿੱਤੀ ਜਾਂਦੀ ਹੈ ਨਾ, ਗੁਰਦੁਆਰੇ ਦੇ ਵਿੱਚ ਧਾਰਮਿਕ ਵਿੱਦਿਆ ਦਿੱਤੀ ਜਾਂਦੀ। ਇੱਥੇ ਉੱਥੇ ਹੈ ਸਮਾਜ ਦੇ ਵਿੱਚ ਕਿਵੇਂ ਵਿਚਰਨਾ ਹੈ, ਸਕੂਲ ਦੇ ਵਿੱਚ ਫੀਲਡ ਦੇ ਵਿੱਚ ਕਿਵੇਂ ਵਿਚਰਨਾ ਹੈ, ਗੁਰਦੁਆਰੇ ਦੇ ਵਿੱਚ ਹੈ ਵੀ ਅਸੀਂ ਜੀਵਨ ਕਿਵੇਂ ਜਿਉਣਾ ਹੈ। ਇੱਥੇ ਸਾਨੂੰ ਰੂਹਾਨੀਅਤ, ਇੱਥੇ ਸਾਨੂੰ ਧਾਰਮਿਕ, ਇੱਥੇ ਸਾਨੂੰ ਜੀਵਨ ਦੀ ਜਾਂਚ ਸਿਖਾਈ ਜਾਂਦੀ ਹੈ, ਸਿਖਾਈ ਜਾਂਦੀ ਹੈ। ਇਹਦਾ ਮਤਲਬ ਇਹ ਹੈ ਵੀ ਅਸੀਂ ਇੱਥੇ ਸਿੱਖਣ ਆਉਂਦੇ ਹਾਂ।
ਜਦੋਂ ਅਸੀਂ ਇਹ ਭਾਵਨਾ ਲੈ ਕੇ ਆਵਾਂਗੇ ਨਾ ਵੀ ਗੁਰਦੁਆਰੇ ਹੋਏ ਸੋਝੀ ਪਾਏ ਸੀ, ਸਮਝ ਰਹੇ ਹੋ, ਏਤ ਦੁਆਰਾ ਹੋਏ ਹੱਛਾ ਹੋਏ, ਇੱਥੋਂ ਅਸੀਂ ਆਪਣੇ ਗੰਦੇ ਮੈਲੇ ਮਨ ਨੂੰ ਸਾਫ਼ ਕਰਨਾ ਹੈ। ਗੁਰਮਤਿ ਵਿਚਾਰਾਂ ਦੇ ਰਾਹੀਂ, ਗੁਰੂ ਦੀ ਬਾਣੀ ਦੇ ਰਾਹੀਂ, ਗੁਰੂ ਦੀ ਸਿੱਖਿਆ ਅਸੀਂ ਗੁਰਦੁਆਰੇ ਲੈ ਕੇ ਆ ਕੇ ਪ੍ਰਾਪਤ ਕਰਨੀ ਹੈ। ਜਦੋਂ ਅਸੀਂ ਇਹ ਮਾਈਂਡ ਦੇ ਵਿੱਚ ਇਹ ਲੈ ਕੇ ਆਵਾਂਗੇ ਨਾ ਵੀ ਅਸੀਂ ਗੁਰਦੁਆਰੇ ਚੱਲੇ ਆ ਤੇ ਕੁਝ ਸਿੱਖਣ ਚੱਲੇ ਆ, ਫਿਰ ਸਾਡੇ ਅੰਦਰ ਇਕਾਗਰਤਾ ਬਣੇਗੀ। ਫਿਰ ਅਸੀਂ ਜਦੋਂ ਵੀ ਆਵਾਂਗੇ ਨਾ ਅਸੀਂ ਬੜੇ ਧਿਆਨ ਦੇ ਨਾਲ ਉੱਥੇ ਭਾਵੇਂ ਕੀਰਤਨ ਚੱਲ ਰਿਹਾ ਹੈ, ਭਾਵੇਂ ਕਥਾ ਚੱਲ ਰਹੀ, ਭਾਵੇਂ ਪਾਠ, ਕੁਛ ਵੀ ਅਸੀਂ ਬੜੇ ਧਿਆਨ ਦੇ ਨਾਲ ਉਸ ਨੁਕਤੇ ਨੂੰ ਸਮਝਾਂਗੇ ਵੀ ਗੁਰੂ ਜੀ ਮੈਨੂੰ ਕਹਿ ਕੀ ਰਹੇ ਨੇ, ਬੜੇ ਧਿਆਨ ਨਾਲ ਅਸੀਂ ਸੁਣਾਂਗੇ। ਤੇ ਆਓ ਜਿਤਨਾ ਕੁ ਸਮਾਂ ਆਪਾਂ ਗੁਰੂ ਚਰਨਾਂ ਵਿੱਚ, ਜਿੱਥੇ ਇਲਾਹੀ ਬਾਣੀ ਦੇ ਕੀਰਤਨ ਗੁਰੂ ਘਰ ਦੇ ਕੀਰਤਨੀਆਂ ਕੋਲੋਂ ਸਰਵਣ ਕੀਤੇ ਨੇ, ਆਪਾਂ ਸਤਿਗੁਰੂ ਜੀ ਦੇ ਪਵਿੱਤਰ ਸ਼ਬਦ ਦੀਆਂ ਵਿਚਾਰਾਂ ਦੇ ਨਾਲ ਸਾਂਝ ਪਾਉਣੀ ਹੈ। ਜਿਸ ਸ਼ਬਦ ਦਾ ਪਾਠ ਦੱਸ ਰਹੇ ਨੇ ਹੁਣੇ ਆਪ ਸੰਗਤਾਂ ਦੇ ਸਾਹਮਣੇ, ਜਿਹੜਾ ਉਹ ਆਪ ਸੰਗਤਾਂ ਨੂੰ ਸਰਵਣ ਕਰਵਾਇਆ ਹੈ, ਇਹਨਾਂ ਪਾਵਨ ਪਵਿੱਤਰ ਗੁਰੂ ਦੇ ਬਚਨਾਂ ਨੂੰ ਆਪਾਂ ਸਮਝਣਾ ਹੈ, ਵਿਚਾਰਨਾ ਹੈ, ਔਰ ਕੋਸ਼ਿਸ਼ ਇਹ ਕਰਨੀ ਹੈ ਵੀ ਗੁਰੂ ਦਾ ਬਚਨ ਸਾਡੇ ਜੀਵਨ ਦੇ ਵਿੱਚ ਆ ਜਾਏ, ਤਾਂ ਕਿ ਸਾਡੇ ਜੀਵਨ ਦੇ ਵਿੱਚੋਂ ਵੀ ਜਿਹੜੇ ਵਿਕਾਰ ਨੇ, ਜਿਹੜੀ ਮੈਲ ਹੈ, ਜਿਹੜੀ ਦੁਬਿਧਾ ਹੈ, ਉਹ ਖਤਮ ਹੋ ਸਕੇ। ਤੇ ਦਾਸੇ ਵੀ ਬੇਨਤੀ ਕਰਦੇ ਵੇ ਦੁਬਿਧਾ ਉਹਨਾਂ ਚਿਰ ਹੈ ਜਿੰਨਾ ਚਿਰ ਗੁਰੂ ਦਾ ਸ਼ਬਦ ਨਹੀਂ। ਜਿਸ ਵੇਲੇ ਗੁਰੂ ਦਾ ਸ਼ਬਦ ਆ ਗਿਆ, ਦੁਬਿਧਾ ਤੇ ਜੀਵਨ 'ਚ ਰਹਿੰਦੀ ਹੀ ਨਹੀਂ। ਉਦੋਂ ਤੇ ਐ ਰਸਤਾ ਕਲੀਅਰ ਹੋ ਜਾਂਦਾ, ਮਾਰਗ ਸਪਸ਼ਟ ਹੋ ਜਾਂਦਾ। ਆਓ ਸਤਿਗੁਰੂ ਜੀ ਦੇ ਬਚਨ ਦੀ, ਗੁਰੂ ਦੇ ਸ਼ਬਦ ਦੀ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਜੀ ਦੇ ਕੋਲੋਂ ਆਗਿਆ ਲਈਏ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦੁਆਰਾ ਬਖਸ਼ਿਸ਼ ਕੀਤੀ ਹੋਈ ਫਤਿਹ ਗੱਜ ਵੱਜ ਕੇ ਪ੍ਰਵਾਨ ਕਰੋ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਾਰੇ ਲਵਾਓ ਹਾਜ਼ਰੀ ਤੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੱਸ ਰਹੇ ਨੇ ਰਾਗ ਤਿਲੰਗ ਦੇ ਵਿੱਚੋਂ ਭਗਤ ਕਬੀਰ ਸਾਹਿਬ ਜੀ ਦੇ ਦੁਆਰਾ ਉਚਾਰਨ ਕੀਤਾ ਹੋਇਆ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 727 ਦੇ ਉੱਪਰ ਸੁਭਾਏਮਾਨ ਆ ਇਹ ਸ਼ਬਦ, ਜਿਹੜਾ ਆਪ ਸੰਗਤਾਂ ਦੇ ਨਾਲ ਸਾਂਝਾ ਕੀਤਾ ਸੀ। ਜਿਸ ਸ਼ਬਦ ਦੀ ਸ਼ੁਰੂਆਤ ਦੇ ਵਿੱਚ ਸਤਿਗੁਰੂ ਜੀ ਨੇ ਜਿਹੜਾ ਹੈ ਸ਼ਬਦ ਦਾ ਸਰਲੇਖ ਅੰਕਿਤ ਕੀਤਾ ਹੈ, ਤਿਲੰਗ ਬਾਣੀ ਭਗਤਾਂ ਕੀ, ਭਗਤਾਂ ਦੀ ਬਾਣੀ ਹੈ। ਫਿਰ ਅੱਗੇ ਕਿਹਾ ਕਬੀਰ ਜੀਓ, ਵੀ ਇਹ ਭਗਤ ਕਬੀਰ ਸਾਹਿਬ ਜੀ ਦੇ ਦੁਆਰਾ ਉਚਾਰਨ ਕੀਤਾ ਹੋਇਆ ਸ਼ਬਦ ਹੈ। ਸੰਖੇਪ ਰੂਪ ਦੇ ਵਿੱਚ ਮੂਲ ਮੰਤਰ ਸਤਿਗੁਰੂ ਜੀ ਨੇ ਉਚਾਰਨ ਕੀਤਾ, ਇੱਕ ਓੰਕਾਰ, ਪਰਮਾਤਮਾ ਇੱਕ ਹੈ। ਤੇ ਓੰਕਾਰ ਦਾ ਮਤਲਬ ਹੈ ਵੀ ਉਹ ਇੱਕ ਹੋਣ ਦੇ ਬਾਵਜੂਦ ਵੀ ਸਰਬ ਵਿਆਪਕ ਹੈ। ਓੰਕਾਰ, ਪਰਮਾਤਮਾ ਇੱਕ ਹੈ ਤੇ ਇੱਕ ਹੋਣ ਦੇ ਬਾਵਜੂਦ ਉਹ ਸਰਬ ਵਿਆਪਕ ਹੈ, ਸਾਰਿਆਂ ਦੇ ਵਿੱਚ ਵਸ ਰਿਹਾ। ਹੁਣ ਅਗਲੀ ਗੱਲ ਸਤਿਗੁਰੂ ਜੀ ਨੇ ਕਹੀ, ਮਾਲਕ ਜੀ ਕਹਿੰਦੇ ਜਿਹੜਾ ਇੱਕ ਹੈ ਤੇ ਇੱਕ ਹੋ ਕੇ ਸਾਰਿਆਂ ਦੇ ਵਿੱਚ ਵਰਤ ਰਿਹਾ ਹੈ, ਸਾਰਿਆਂ ਦੇ ਵਿੱਚ ਵਸ ਰਿਹਾ, ਹਰ ਥਾਂ ਤੇ ਮੌਜੂਦ ਹੈ। ਮਾਲਕ ਜੀ ਕਹਿੰਦੇ ਜੇ ਐਸੇ ਇੱਕ ਜਿਹੜਾ ਹਰ ਥਾਂ ਤੇ ਮੌਜੂਦ ਹੈ, ਐਸੇ ਇੱਕ ਪ੍ਰਮਾਤਮਾ ਤੱਕ ਜੇ ਪਹੁੰਚ ਕਰਨੀ ਹੈ ਤੇ ਸਤਿਗੁਰੂ ਜੀ ਨੇ ਬਚਨ ਕਹੇ, ਮਾਲਕ ਜੀ ਕਹਿੰਦੇ ਗੁਰੂ ਦੇ ਚਰਨਾਂ ਨਾਲ ਜੁੜ ਜਾਓ, ਗੁਰੂ ਦੇ ਚਰਨਾਂ ਦੇ ਵਿੱਚ ਚਲ ਜਾਓ। ਗੁਰੂ ਤੁਹਾਨੂੰ ਗਿਆਨ ਦੇਗਾ, ਗੁਰੂ ਤੁਹਾਡੇ ਤੇ ਬਖਸ਼ਿਸ਼ ਤੇ ਰਹਿਮਤ ਕਰੇਗਾ, ਗੁਰੂ ਤੁਹਾਡੇ ਜੀਵਨ ਵਿੱਚ ਰੂਹਾਨੀਅਤ ਭਰੇਗਾ। ਜਾਂ ਇਉਂ ਕਹ ਲਓ, ਗੁਰੂ ਦੇ ਦਰਸਾਏ ਹੋਏ ਮਾਰਗ ਤੇ ਚੱਲ ਕੇ ਤੁਸੀਂ ਇਸ ਕਾਬਲ ਬਣ ਜਾਓਗੇ, ਇਸ ਕਾਬਲ ਬਣ ਜਾਓਗੇ, ਤੁਹਾਡਾ ਜੀਵਨ ਇੰਨਾ ਉੱਚਾ ਹੋ ਜਾਏਗਾ ਕਿ ਤੁਸੀਂ ਉਸ ਪਰਮਾਤਮਾ ਅਕਾਲ ਪੁਰਖ ਦੇ ਵਿੱਚ ਜਿਹੜਾ ਇੱਕ ਹੈ, ਜਿਹੜਾ ਓਂਕਾਰ ਹੈ, ਉਹਦੇ ਅਭੇਦਤਾ ਪ੍ਰਾਪਤ ਕਰ ਸਕੋਗੇ। ਸ਼ਬਦ ਸਤਿਗੁਰੂ ਜੀ ਨੇ ਬਚਨ ਕਹੇ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਸਤਿਗੁਰ ਪ੍ਰਸਾਦ ਦਾ ਮਤਲਬ ਹੈ ਵੀ ਗੁਰੂ ਸਤਿਗੁਰੂ ਦੀ ਕਿਰਪਾ ਦੇ ਨਾਲ, ਪ੍ਰਸਾਦ ਦਾ ਮਤਲਬ ਕਿਰਪਾ, ਗੁਰੂ ਦੀ ਕਿਰਪਾ ਦੇ ਨਾਲ ਇੱਕ ਪ੍ਰਮਾਤਮਾ ਅਕਾਲ ਪੁਰਖ ਦੀ ਬਖਸ਼ਿਸ਼ ਤੇ ਰਹਿਮਤ ਦਾ ਪਾਤਰ ਬੰਦਾ ਬਣ ਸਕਦਾ ਹੈ। ਅੱਗੇ ਸ਼ਬਦ ਭਗਤ ਕਬੀਰ ਸਾਹਿਬ ਨੇ ਉਚਾਰਨ ਕੀਤਾ ਹੈ, ਕਹਿੰਦੇ ਵੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ, ਟੁਕਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ। ਇਸ ਸ਼ਬਦ ਦੀਆਂ ਰਹਾਉ ਵਾਲੀਆਂ ਜਿਹੜੀਆਂ ਪੰਕਤੀਆਂ ਨੇ, ਕਿਉਂਕਿ ਰਹਾਉ ਵਾਲਾ ਜਿਹੜਾ ਸ਼ਬਦ ਹੈ ਨਾ, ਜਾਂ ਰਹਾਉ ਵਾਲਾ ਜਿਹੜਾ ਪਦਾ ਹੁੰਦਾ, ਉਹ ਦਾਸ ਬੇਨਤੀ ਕਰਦੇ ਵੇ ਵੀ ਸ਼ਬਦ ਦਾ ਕੇਂਦਰੀ ਭਾਵ ਹੁੰਦਾ। ਕੇਂਦਰੀ ਭਾਵ ਦਾ ਮਤਲਬ ਹੈ ਸੈਂਟਰ ਆਈਡੀਆ। ਜੋ ਗੱਲ ਕਰਨੀ ਹੈ ਜਾਂ ਜਿਸ ਵਿਸ਼ੇ ਤੇ ਗੱਲ ਚੱਲ ਰਹੀ ਹੈ, ਉਸ ਵਿਸ਼ੇ ਨੂੰ ਸਤਿਗੁਰੂ ਜੀ ਨੇ ਰਹਾਉ ਵਾਲੇ ਪਦੇ ਦੇ ਵਿੱਚ ਲਿਖਤਾ। ਕਿਉਂਕਿ ਜਿਹੜੇ ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਬੈਠੇ ਹਾਂ, ਗੁਰੂ ਗ੍ਰੰਥ ਸਾਹਿਬ ਨੂੰ ਪੂਜਣ ਵਾਲੇ ਬੈਠੇ ਹਾਂ,
ਇਸ ਕਰਕੇ ਦਾਸ ਇਹ ਬੇਨਤੀ ਕਰ ਰਿਹਾ, ਸਾਨੂੰ ਇਹਨਾਂ ਚੀਜ਼ਾਂ ਦਾ, ਇਹਨਾਂ ਗੱਲਾਂ ਦਾ ਪਤਾ ਹੋਣਾ ਚਾਹੀਦਾ ਹੈ ਵੀ ਜਿਹੜਾ ਰਹਾਓ ਵਾਲਾ ਪਦਾ ਹੁੰਦਾ ਹੈ ਨਾ ਸ਼ਬਦ ਦੇ ਵਿੱਚ, ਜਿਸ ਪਦੇ ਦੇ ਪਿੱਛੇ ਲਿਖਿਆ ਹੁੰਦਾ ਰਹਾਓ, ਵੈਸੇ ਰਹਾਓ ਦਾ ਅਰਥ ਹੈ ਜਿਹੜਾ ਠਹਿਰੋ, ਠਹਿਰਾਓ, ਵੀ ਇੱਥੇ ਰੁਕੋ। ਜਿਵੇਂ ਨਹੀਂ ਜਦੋਂ ਆਪਾਂ ਬਾਜ਼ਾਰ 'ਚ ਜਾਂਦੇ ਹਾਂ ਜਾਂ ਸੜਕ 'ਤੇ ਜਾਂਦੇ ਹਾਂ ਤੇ ਅੱਗੇ ਫਾਟਕ ਹੈ, ਤੇ ਫਾਟਕ ਜਦੋਂ ਬੰਦ ਹੁੰਦਾ ਤੇ ਉੱਥੇ ਇੱਕ ਬੋਰਡ ਲੱਗਿਆ ਹੁੰਦਾ, ਕਹਿੰਦੇ ਨੇ ਠਹਿਰੋ, ਸਟਾਪ। ਹੁਣ ਉਹ ਜਦੋਂ ਬੋਰਡ ਇਸ ਕਰਕੇ ਲਿਖਿਆ ਭਾਈ ਇੱਕ ਵਾਰੀ ਇੱਥੇ ਰੁਕ ਜਾ, ਗੱਡੀ ਨੂੰ ਲੰਘ ਲੈਣ ਦੇ, ਉਹ ਤਾਂ ਫਾਟਕ ਬੰਦ ਕੀਤਾ, ਠਹਿਰੋ, ਠਹਿਰ ਜਾ। ਇਹ ਜਿਹੜਾ ਰਹਾਓ ਲਿਖਿਆ ਨਾ, ਸਤਿਗੁਰੂ ਜੀ ਕਹਿੰਦੇ ਵੀ ਇਹਨਾਂ ਪੰਕਤੀਆਂ ਨੂੰ ਵਿਚਾਰ ਕੇ ਸਮਝ ਕੇ ਫੇਰ ਅੱਗੇ ਤੁਣੀ, ਇਹਨਾਂ ਨੂੰ ਸਮਝ, ਇਸ ਪਦੇ ਨੂੰ ਸਮਝ ਪਹਿਲਾਂ। ਜਿਹੜਾ ਰਹਾਓ ਵਾਲਾ ਪਦਾ ਹੁੰਦਾ ਹੈ ਉਹ ਸਾਰੇ ਸ਼ਬਦ ਦਾ ਸੈਂਟਰ ਆਈਡੀਆ, ਸਾਰੇ ਦਾ ਸਾਰਾ ਸ਼ਬਦ ਉਸ ਪਦੇ ਦੇ ਆਲੇ ਦੁਆਲੇ ਘੁੰਮਦਾ ਕਹਿ ਲਓ, ਜਾਂ ਬਾਕੀ ਦੀਆਂ ਜਿਹੜੀਆਂ ਉਦਾਹਰਨਾਂ ਨੇ ਉਸ ਸ਼ਬਦ ਦੀਆਂ ਉਹ ਉਸ ਪਦੇ ਦੇ ਨਾਲ ਰਿਲੇਟਡ ਸੰਬੰਧਿਤ ਹੁੰਦੀਆਂ। ਮੈਂ ਤਾਂ ਬੇਨਤੀ ਇਹ ਖੁੱਲ੍ਹ ਕੇ ਕੀਤੀ ਤਾਂ ਕਿ ਸਾਨੂੰ ਬਾਣੀ ਪੜ੍ਹਨ ਵਾਲੀਆਂ ਰੂਹਾਂ ਬੈਠੀਆਂ, ਜੇ ਗੁਰਸਿੱਖ ਬੈਠੇ, ਜੇ ਤੁਹਾਨੂੰ ਸਮਝ ਆ ਜਾਏ, ਜਦੋਂ ਵੀ ਅਸੀਂ ਬਾਣੀ ਪੜ੍ਹੀਏ ਤੇ ਚੇਤੇ ਰੱਖਿਆ ਜੇ ਜਦੋਂ ਵੀ ਅਸੀਂ ਕਿਸੇ ਸ਼ਬਦ ਦੇ ਅਰਥ ਕਰਨੇ ਆ ਨਾ, ਉਸ ਸ਼ਬਦ ਦੇ ਅਰਥ ਰਹਾਓ ਵਾਲੇ ਪਦੇ ਨੂੰ ਮੁੱਖ ਰੱਖ ਕੇ ਕਰਿਓ, ਫਿਰ ਜ਼ਿਆਦਾ ਵਧੀਆ ਤਰੀਕੇ ਨਾਲ ਹੋਣਗੇ। ਜੇ ਤੁਸੀਂ ਇਕੱਲੇ ਸ਼ਬਦ ਦੇ ਹੀ ਅਰਥ ਕਰੋਗੇ, ਰਹਾਓ ਵਾਲਾ ਪਦਾ ਪਿੱਛੇ ਛੱਡਤਾ, ਫਿਰ ਅਰਥ ਤੁਹਾਨੂੰ ਸਮਝ ਨਹੀਂ ਆਉਣਗੇ। ਸਾਨੂੰ ਕਨਸੈਪਟ ਕੀ ਚੱਲ ਰਿਹਾ ਹੈ, ਸਤਿਗੁਰੂ ਕਿਸ ਵਿਸ਼ੇ ਤੇ ਗੱਲ ਕਰ ਰਹੇ ਨੇ, ਉਹ ਨਹੀਂ ਸਮਝ ਆਉਣੀ। ਹੁਣ ਸੁਣਿਓ, ਰਹਾਓ ਵਾਲਾ ਪਦਾ ਹੈ, ਭਗਤ ਕਬੀਰ ਸਾਹਿਬ ਜੀ ਦਾ ਸ਼ਬਦ ਹੈ। ਮਾਲਕ ਜੀ ਕਹਿੰਦੇ ਨੇ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਸ਼ਬਦ ਸਪਸ਼ਟ ਹੈ। ਭਗਤ ਜੀ ਕਹਿੰਦੇ ਨੇ ਵੀ ਸਭ ਤੋਂ ਪਹਿਲੀ ਗੱਲ ਤੇ ਇਹ ਹੈ ਵੀ ਬੰਦਿਆ, ਜੇ ਰੱਬ ਨੂੰ ਮਿਲਣਾ ਨਾ, ਜਾਂ ਇਉਂ ਕਹਿ ਲਓ ਵੀ ਜੇ ਜੀਵਨ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰਨਾ ਹੈ, ਆਪਣੀਆਂ ਟੈਨਸ਼ਨਾਂ ਨੂੰ ਦੂਰ ਕਰਨਾ, ਤੇ ਇਉਂ ਕਰ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ, ਆਪਣੇ ਆਪ ਨੂੰ ਖੋਜ, ਆਪਣੇ ਦਿਲ ਨੂੰ ਖੋਜ। ਦਿਲ, ਇੱਕ ਹੋਰ ਬੇਨਤੀ ਕਰਦੇ ਹਾਂ, ਅਮਰਦਾਸ ਨੇ ਪਹਿਲਾਂ ਵੀ ਇੱਕ ਦੋ ਵਾਰੀ ਕੀਤੀ ਹੈ। ਦਿਲ ਸ਼ਬਦ ਗੁਰਬਾਣੀ ਦੇ ਵਿੱਚ ਬਹੁਤ ਵਾਰੀ ਆਇਆ ਹੈ। ਦਿਲ, ਦਿਲੋਂ ਮੁਹੱਬਤ ਜਿਨ ਸਈ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ। ਹੁਣ ਇਹ ਜਿਹੜਾ ਦਿਲ ਸ਼ਬਦ ਆ ਨਾ, ਦਿਲ, ਬੰਦੇ ਖੋਜ ਦਿਲ, ਦਿਲ, ਆਪਣੇ ਦਿਲ ਨੂੰ ਖੋਜ। ਹੁਣ ਇਹ ਜਿਹੜਾ ਦਿਲ ਸ਼ਬਦ ਗੁਰਬਾਣੀ ਦੇ ਵਿੱਚ ਆਇਆ ਹੈ ਨਾ, ਜਿਹੜਾ ਦਿਲ ਅਸੀਂ ਸਮਝਦੇ ਆ ਨਾ ਵੀ ਬੰਦੇ ਦਾ ਹਾਰਟ, ਅਸੀਂ ਸਮਝਦੇ ਹਾਂ ਵੀ ਇਹ ਦਿਲ ਹੈ। ਚੇਤੇ ਰੱਖਿਓ ਜੇ ਇੱਥੇ ਇਸ ਦਿਲ ਦੀ ਗੱਲ ਨਹੀਂ ਕੀਤੀ ਗਈ, ਇਹ ਸਾਨੂੰ ਪਤਾ ਹੋਣਾ ਚਾਹੀਦਾ, ਇਹ ਗਹਿਰਾਈਆਂ ਨੇ ਗੁਰਬਾਣੀ ਦੀਆਂ, ਇਸ ਦਿਲ ਦੀ ਗੱਲ ਨਹੀਂ ਕੀਤੀ ਗਈ। ਇੱਥੇ ਜਿਹੜੀ ਦਿਲ ਦੀ ਗੱਲ ਕੀਤੀ ਹੈ ਉਹ ਇਸ ਦਿਮਾਗ ਦੀ ਗੱਲ ਕੀਤੀ ਹੈ। ਕਿਉਂ? ਕਿਉਂਕਿ ਜਿੰਨੀਆਂ ਵਿਚਾਰਾਂ ਨੇ ਨਾ, ਜਿੰਨੀਆਂ ਵਿਚਾਰਾਂ ਹੈ ਉਹ ਬੰਦੇ ਦੇ ਦਿਲ 'ਚ ਨਹੀਂ ਹੁੰਦੀਆਂ, ਬੰਦੇ ਦੇ ਦਿਮਾਗ 'ਚ ਹੁੰਦੀਆਂ। ਮਾਈਂਡ, ਬੰਦੇ ਦੇ ਦਿਮਾਗ 'ਚ ਦਸਮ ਦਵਾਰ ਹੈ। ਚੇਤੇ ਰੱਖਿਆ ਜੇ ਕੋਈ ਬੰਦਾ ਦਿਲ ਦੇ ਨਾਲ ਨਹੀਂ ਸੋਚਦਾ, ਐਵੇਂ ਬੜੀਆਂ ਅਫਵਾਹਾਂ ਉਡਾਈਆਂ ਹੋਈਆਂ, ਬੜਾ ਕੁਝ ਕਹਿੰਦੇ ਜੀ ਮੇਰਾ ਦਿਲ ਨਹੀਂ ਮੰਨਦਾ, ਜੇ ਦਿਲ ਨਹੀਂ ਮੱਕਦੀ। ਦੇਖੋ ਦਿਲ ਦਾ ਜਿਹੜਾ ਕੰਮ ਹੈ ਨਾ, ਖੂਨ ਪੰਪ ਕਰਨਾ ਹੈ ਬਸ। ਦਿਲ ਦਾ ਕੰਮ ਸੋਚਣਾ ਤੇ ਵਿਚਾਰਨਾ ਨਹੀਂ, ਇਹ ਮੈਂ ਸਪਸ਼ਟ ਕਹਿ ਰਿਹਾ। ਜੇ ਦਿਲ ਦਾ ਕੰਮ ਹੁੰਦਾ ਨਾ ਸੋਚਣਾ ਤੇ ਵਿਚਾਰਨਾ, ਫਿਰ ਅਗਲੀ ਗੱਲ ਸੁਣਿਓ। ਹੁਣ ਮੈਂ ਉਦਾਹਰਨ ਦੇ ਕੇ ਗੱਲ ਕਰ ਰਿਹਾ। ਅੱਜ ਕੱਲ੍ਹ ਸਾਇੰਸ ਬੜੀ ਅੱਗੇ ਵਧੀ ਹੈ। ਆਪਾਂ ਕਹਿੰਦੇ ਵੀ ਹਾਰਟ ਟ੍ਰਾਂਸਪਲਾਂਟ ਹੋ ਜਾਂਦਾ, ਸਮਝ ਰਹੇ ਹੋ, ਦਿਲ ਬਦਲਿਆ ਜਾਂਦਾ ਹੈ ਨਾ। ਜਾਂ ਇਉਂ ਕਹਿ ਲਓ ਵੀ ਅੱਜ ਕੱਲ੍ਹ ਸਟੰਟ ਪੈਣ ਲੱਗ ਗਏ। ਸਟੰਟ ਆ ਹਰ ਜਣੇ ਖਣੇ ਦੂਜੇ ਕਹਿੰਦੇ ਦਿਲ ਦੀ ਨਾੜੀ ਰੁਕ ਗਈ, ਸਟੰਟ, ਉਹ ਦਿਲ ਦਾ ਆਪਰੇਸ਼ਨ ਕਰਦੇ ਨੇ, ਇੱਕ ਨਾੜੀ ਬਲੌਕ ਹੈ, ਉਹਦੇ ਨਾਲੋਂ ਸਟੰਟ ਦੂਜੇ ਪਾਸੋਂ ਨਾੜੀ ਕੱਢ ਕੇ ਉਹ ਨਾੜੀ ਨੂੰ ਰੋਕ ਦਿੰਦੇ, ਨਵੀਂ ਨਾੜੀ ਆਪਦੇ ਕੋਲੋਂ ਪਾ ਦਿੰਦੇ ਆ, ਆਪਰੇਸ਼ਨ ਹੋ ਜਾਂਦਾ। ਮੰਨ ਲਓ ਕਿਸੇ ਦਾ ਦਿਲ ਖਰਾਬ ਹੈ, ਜਾਂ ਮੰਨ ਲਓ ਮੇਰਾ ਹੀ ਦਿਲ ਖਰਾਬ ਹੋ ਗਿਆ। ਸੁਣਿਓ ਧਿਆਨ ਨਾਲ ਉਦਾਹਰਨ, ਮੇਰਾ ਦਿਲ ਖਰਾਬ ਹੈ, ਰੱਬ ਨਾ ਕਰੇ ਦਿਲ ਬਦਲਣਾ ਪੈ ਜੇ, ਕਿਉਂਕਿ ਸਾਇੰਸ ਹੈ ਅੱਜ ਕੱਲ੍ਹ, ਸਾਇੰਸ ਦਿਲ ਬਦਲ ਰਹੀ ਹੈ, ਹਾਰਟ ਬਦਲ ਰਹੇ ਨੇ। ਮੰਨ ਲਓ ਵੀ ਮੇਰਾ ਦਿਲ ਖਰਾਬ ਹੈ, ਕੋਈ ਕਹਿੰਦਾ ਵੀ ਇੰਨੇ ਪੈਸਿਆਂ ਦਾ ਦਿਲ ਮਿਲਦਾ, ਦਿਲ ਤੈਨੂੰ ਨਵਾਂ ਪਾ ਦਿੰਦੇ, ਪੈਂਦੇ ਨੇ ਨਾ ਬਾਹਰਲੇ ਦੇਸ਼ਾਂ 'ਚ, ਤੇ ਆਮ ਜੀ ਗੱਲ ਹੈ। ਹੁਣ ਤੇ ਭਾਰਤ ਦੇ ਵਿੱਚ ਵੀ ਦਿਲ ਬਦਲੇ ਜਾਂਦੇ ਨੇ। ਦਿਲ ਉਹ ਕਹਿਣ ਵੀ ਬਦਲ ਦਿੰਦੇ ਆ, ਚਲੋ ਆਪਰੇਸ਼ਨ ਹੋ ਗਿਆ, ਦਿਲ ਬਦਲਿਆ ਗਿਆ,
ਹੁਣ ਜਦੋਂ ਮੇਰਾ ਦਿਲ ਤੇ ਅਗਲਿਆਂ ਕੱਢਤਾ, ਕਿਸੇ ਦਾ ਦਿਲ ਲਿਆ ਕੇ ਮੇਰੇ ਅੰਦਰ ਪਾਤਾ। ਸੋਚੋ ਕਿ ਜਿਹੜਾ ਕੁਝ ਉਹ ਆਪਾਂ ਕਹਿੰਦੇ ਨਾ ਵੀ ਦਿਲ 'ਚ ਜਿਹੜਾ ਕੁਝ ਉਹਦੇ ਦਿਲ 'ਚ ਸੀ ਉਹ ਤੇ ਹੁਣ ਮੈਨੂੰ ਪਾਤਾ। ਜਿਹੜਾ ਕੁਝ ਉਹਦੇ ਦਿਲ 'ਚ ਸੀ ਹੁਣ ਜਦੋਂ ਮੇਰੇ ਅੰਦਰ ਆ ਗਿਆ, ਕੀ ਉਹ ਮੇਰੇ ਅੰਦਰ ਆ ਜਾਏਗਾ? ਨਹੀਂ ਨਾ ਆ ਸਕਦਾ। ਇਹਦਾ ਮਤਲਬ ਕੀ ਹੋ ਗਿਆ? ਮਤਲਬ ਕਿ ਦਿਲ 'ਚ ਤਾਂ ਨਹੀਂ ਨਾ ਹੈਗਾ ਕੁਛ। ਅਤੇ ਐਵੇਂ ਹੀ ਆਪਾਂ ਕਹਿੰਦੇ ਹਾਂ ਦਿਲ ਸ਼ਬਦ ਦਿਮਾਗ ਵਾਸਤੇ ਵਰਤਿਆ ਜਾਂਦਾ ਹੈ। ਚੇਤੇ ਰੱਖਿਆ ਜੇ, ਸਰੀਰ ਦਾ ਹਰ ਅੰਗ ਬਦਲਿਆ ਜਾ ਸਕਦਾ ਹੈ ਇੱਕ ਦਿਮਾਗ ਨੂੰ ਛੱਡ ਕੇ। ਇੱਕ ਦਿਮਾਗ ਨੂੰ, ਮਾਈਂਡ ਨੂੰ ਛੱਡ ਕੇ ਨਾ ਸਰੀਰ ਦਾ ਹਰੇਕ ਅੰਗ, ਸਾਇੰਸ ਵੱਧ ਗਈ ਹੈ, ਉਹ ਬਦਲ ਸਕਦੀ ਹੈ। ਅੱਜ ਕੱਲ੍ਹ ਬਦਲਿਆ ਜਾ ਰਿਹਾ ਹੈ, ਬਦਲਿਆ ਜਾ ਰਿਹਾ। ਹੋਰ ਵੀ ਸਾਇੰਸ ਅੱਗੇ ਵਧੇਗੀ। ਚੇਤੇ ਰੱਖਿਆ ਜੇ, ਦਿਮਾਗ ਨਹੀਂ ਬਦਲ ਸਕਦੇ ਕਿਉਂਕਿ ਦਿਮਾਗ ਦੇ ਵਿੱਚ ਵਿਚਾਰਾਂ ਨੇ, ਦਿਮਾਗ ਦੇ ਵਿੱਚ ਸੋਚ ਹੈ। ਹੁਣ ਇੱਥੋਂ ਇਹ ਗੱਲ ਸਪਸ਼ਟ ਹੁੰਦੀ ਹੈ ਵੀ ਸੋਚ ਦਾ ਦਿਲ ਨਹੀਂ, ਦਿਲ ਤੇ ਬਦਲਿਆ ਜਾ ਸਕਦਾ ਹੈ। ਫਿਰ ਉਹਦੀਆਂ ਵਿਚਾਰਾਂ ਮੇਰੇ ਦਿਲ 'ਚ ਆ ਜਾਣ, ਮੇਰੀਆਂ ਵਿਚਾਰਾਂ ਉਹਦੇ ਦਿਲ 'ਚ ਆ ਜਾਣ, ਇਸ ਤਰ੍ਹਾਂ ਨਹੀਂ ਹੁੰਦਾ। ਇੱਥੇ ਜਿਹੜੀ ਗੱਲ ਕਹੀ ਨਾ ਸਤਿਗੁਰੂ ਜੀ ਨੇ, ਮਾਲਕ ਜੀ ਕਹਿੰਦੇ ਜੇ ਤੂੰ ਖੋਜਣਾ ਆ ਨਾ ਬੰਦਿਆ, ਆਪਣੇ ਆਪ ਨੂੰ ਖੋਜ। ਜੇ ਤੂੰ ਟੁੱਬੀ ਲਾਉਣੀ ਆ ਨਾ, ਟੁੱਬੀ ਤੇ ਆਪਣੇ ਅੰਤःਕਰਨ ਦੇ ਵਿੱਚ, ਆਪਣੇ ਅੰਦਰ ਟੁੱਬੀ ਲਾ, ਆਪਣੇ ਆਪ ਵੱਲ ਵੇਖ ਵੀ ਤੂੰ ਕੀ ਹੈ। ਸਭ ਤੋਂ ਵੱਡੀ ਗੱਲ ਇਹ ਹੈ, ਅਸੀਂ ਸਾਰੀ ਉਮਰ ਬਤੀਤ ਕਰਤੀ, ਸਾਡਾ ਸਾਰੇ ਦੀ ਸਾਰੀ ਉਮਰ ਲੰਘ ਗਈ। ਕਿਸੇ ਦੇ 40 ਲੰਘ ਗਏ, ਕਿਸੇ ਦੇ 50 ਲੰਘ ਗਏ, ਕਿਸੇ ਦੇ 60, ਕਿਸੇ ਦੇ 80 ਤੇ ਕਿਸੇ ਦਾ 100 ਵੀ ਲੰਘ ਗਿਆ। ਉਹ ਸਾਰੀ ਉਮਰ ਦੁਨੀਆ ਨੂੰ ਵੇਖਦਾ ਰਿਹਾ, ਸਾਰੀ ਉਮਰ ਜਗਤ ਨੂੰ ਵੇਖਦਾ ਰਿਹਾ, ਸਾਰੀ ਉਮਰ ਬਾਹਰ ਵੇਖਦਾ ਰਿਹਾ। ਸੱਚਾਈ ਇਹ ਹੈ ਵੀ ਉਹਨੇ ਕਦੇ ਆਪਣੇ ਵੱਲੇ ਨਹੀਂ ਵੇਖਿਆ, ਮੈਂ ਕੀ ਹਾਂ। ਸਤਿਗੁਰੂ ਗੁਰੂ ਨਾਨਕ ਸਾਹਿਬ, ਸ਼ਾਮ ਦਾ ਇਤਿਹਾਸ ਆਪਾਂ ਜਦੋਂ ਸਰਵਣ ਕਰਦੇ ਆ ਨਾ, ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜਦੋਂ ਅਹਿਮਦਾਬਾਦ ਗਏ ਤੇ ਪਿੱਛੋਂ ਰਾਏ ਬੁਲਾਰ ਨੇ ਰਾਏ ਭੋਏ ਦੀ ਤਲਵੰਡੀ ਤੋਂ ਬੇਨਤੀ ਭੇਜੀ। ਰਾਏ ਬੁਲਾਰ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਸੁਨੇਹਾ ਭੇਜਿਆ, ਕਹਿੰਦੇ ਵੀ ਮੇਰਾ ਜੀ ਕਰਦਾ ਮੈਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਾਂ। ਬੇਨਤੀ ਭੇਜੀ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਸੁਨੇਹਾ ਮਿਲਿਆ ਭਾਈ ਮਰਦਾਨੇ ਰਾਹੀਂ, ਉਹ ਸੁਨੇਹਾ ਮਿਲਿਆ ਗੁਰੂ ਨਾਨਕ ਸਾਹਿਬ ਜੀ ਤੁਹਾਨੂੰ ਰਾਏ ਬੁਲਾਰ ਚੇਤੇ ਕਰਦਾ। ਸਾਖੀ ਆਪਾਂ ਸਾਰਿਆਂ ਨੇ ਸ਼ਾਮਾਂ ਵੇਲੇ ਦੇ ਦੀਵਾਨਾਂ 'ਚ ਸੁਣੀ, ਮੈਂ ਸਿਰਫ ਉਦਾਹਰਨ ਦੇਣੀ। ਸਤਿਗੁਰੂ ਜੀ ਉਹਦੇ ਪ੍ਰੇਮ ਦੇ ਵਿੱਚ, ਰਾਏ ਬੁਲਾਰ ਦੇ ਪ੍ਰੇਮ ਦੇ ਵਿੱਚ ਖਿੱਚੇ ਹੋਏ ਆਏ, ਰਾਏ ਭੋਏ ਦੀ ਤਲਵੰਡੀ ਆਏ। ਰਾਏ ਭੋਏ ਦੀ ਤਲਵੰਡੀ ਆਣ ਕੇ ਜਦੋਂ ਰਾਏ ਬੁਲਾਰ ਨੂੰ ਮਿਲੇ ਤੇ ਰਾਏ ਬੁਲਾਰ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਵਾਸਤੇ ਪ੍ਰੇਮੀ ਭੋਜ ਤਿਆਰ ਕੀਤਾ। ਪ੍ਰੇਮ ਦੇ ਵਿੱਚ ਸਤਿਗੁਰੂ ਜੀ ਉਹਦੇ ਘਰੇ ਪਹੁੰਚੇ। ਰਾਏ ਬੁਲਾਰ ਨੇ ਬੜੀ ਭਾਵਨਾ ਦੇ ਨਾਲ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਹੱਥ ਧਵਾਏ, ਸਤਿਗੁਰੂ ਜੀ ਦੇ ਚਰਨ ਧੋਤੇ। ਆਪ ਸਰੀਰ ਬਜ਼ੁਰਗ ਹੈ, ਰਾਏ ਬੁਲਾਰ ਦਾ ਚਰਨ ਧੋਤੇ ਤੇ ਉਹ ਜਿਹੜੇ ਕੱਪੜੇ ਦੇ ਨਾਲ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਸਾਫ਼ ਕੀਤੇ ਨਾ, ਉਹਨੂੰ ਆਪਣੇ ਮੱਥੇ ਤੇ ਲਾਇਆ। ਬੜਾ ਭਾਵਨਾ ਰੱਖਦਾ ਰਾਏ ਬੁਲਾਰ। ਸਤਿਗੁਰੂ ਜੀ ਨੂੰ ਆਪ ਪ੍ਰਸ਼ਾਦਾ ਛਕਾਇਆ, ਗੁਰੂ ਸਾਹਿਬ ਨੇ ਛਕ ਲਿਆ। ਸਤਿਗੁਰੂ ਜੀ ਕਹਿੰਦੇ ਵੀ ਰਾਏ ਬੁਲਾਰ ਦੱਸ ਕੀ ਮੰਗ ਹੈ। ਰਾਏ ਬੁਲਾਰ ਕਹਿੰਦਾ ਸਤਿਗੁਰੂ ਤੁਹਾਡਾ ਦਿੱਤਾ ਹੋਇਆ ਸਭ ਕੁਝ ਹੈ, ਕਿਸੇ ਚੀਜ਼ ਦਾ, ਕਿਉਂਕਿ ਰਾਏ ਬੁਲਾਰ ਰਾਏ ਭੋਏ ਦੀ ਤਲਵੰਡੀ ਦਾ ਚੌਧਰੀ ਹੈ, ਮਾਲਕ ਹੈ, ਨਵਾਬ ਹੈ। ਕਹਿੰਦਾ ਕੋਈ ਪੈਸੇ ਦਾ ਘਾਟਾ ਨਹੀਂ, ਧਨ ਦੌਲਤ ਦਾ ਘਾਟਾ ਨਹੀਂ, ਸਤਿਗੁਰੂ ਸਭ ਕੁਝ ਦਿੱਤਾ ਹੋਇਆ, ਬਸ ਇੱਕ ਜਿਹੜੀ ਚੀਜ਼ ਹੈ ਨਾ ਮੈਨੂੰ ਹਰ ਰੋਜ਼ ਸਤਾਉਂਦੀ ਹੈ। ਸਤਿਗੁਰੂ ਕਹਿੰਦੇ ਕੀ? ਰਾਏ ਬੁਲਾਰ ਕਹਿੰਦਾ ਮਾਲਕ ਜੀ ਮੇਰੇ ਤੇ ਇਹ ਕਿਰਪਾ ਕਰ ਦਿਓ, ਮੈਨੂੰ ਦੱਸ ਦਿਓ ਵੀ ਮੈਂ ਕੌਣ ਹਾਂ, ਮੈਂ ਕੌਣ ਹਾਂ। ਵੇਖੋ ਮੈਂ ਬੇਨਤੀ ਕਰਦਿਆਂ, ਕੋਈ ਵਿਰਲਾ ਐਸਾ ਕਰੋੜਾਂ ਦੇ ਵਿੱਚੋਂ, ਸਤਿਗੁਰੂ ਜੀ ਕਹਿੰਦੇ ਨੇ ਕੋਟਨ ਮੈਂ ਨਾਨਕ ਕਹੂੰ ਨਾਰਾਇਣ ਜੀ, ਜੇ ਚੀਤ ਕਰੋੜਾਂ ਦੇ ਵਿੱਚੋਂ ਕੋਈ ਵਿਰਲਾ ਐਸਾ ਹੈ, ਵਿਰਲਾ ਜਿਹਦੇ ਅੰਦਰ ਇਹ ਜਾਗਦਾ ਹੈ ਵੀ ਮੈਂ ਆਪਣੇ ਆਪ ਨੂੰ ਜਾਣਾਂ। ਨਹੀਂ ਤੇ ਦੁਨੀਆ ਨੂੰ ਜਾਣਨ ਵਾਲੇ, ਸੰਸਾਰ ਨੂੰ ਜਾਣਨ ਵਾਲੇ, ਖੰਡਾਂ ਬ੍ਰਹਿਮੰਡਾਂ ਨੂੰ ਜਾਣਨ ਵਾਲੇ ਬਹੁਤ ਨੇ, ਆਪਣੇ ਆਪ ਨੂੰ ਜਾਣਨ ਵਾਲਾ ਇਸ ਦੁਨੀਆ ਦੇ ਵਿੱਚ ਕੋਈ ਵਿਰਲਾ ਹੈ। ਤੇ ਕਿਸੇ ਵਿਰਲੇ ਦੇ ਅੰਦਰ ਇਹ ਚੀਜ਼ ਪੈਦਾ ਹੁੰਦੀ ਹੈ ਵੀ ਮੈਂ ਜਾਣਾ ਵੀ ਮੈਂ ਕੌਣ ਹਾਂ। ਰਾਏ ਬੁਲਾਰ ਕਹਿੰਦਾ ਹੈ ਸਤਿਗੁਰੂ ਮੇਰੇ ਤੇ ਕਿਰਪਾ ਕਰ ਦਿਓ ਵੀ ਮੈਨੂੰ ਦੱਸੋ ਮੈਂ ਕੌਣ ਹਾਂ। ਸਤਿਗੁਰੂ ਜੀ ਕਹਿੰਦੇ ਤੁਹਾਨੂੰ ਕੀ ਲੱਗਦਾ? ਰਾਏ ਬੁਲਾਰ ਕਹਿੰਦਾ ਵੀ ਮੈਨੂੰ ਤੇ ਲੱਗਦਾ ਵੀ ਮੈਂ ਰਾਏ ਬੁਲਾਰ ਹਾਂ। ਸਤਿਗੁਰੂ ਕਹਿੰਦੇ ਗਲਤ ਹੈ। ਆ ਸੁਣਿਓ, ਮਾਲਕ ਜੀ ਕਹਿੰਦੇ ਤੂੰ ਰਾਏ ਬੁਲਾਰ ਨਹੀਂ। ਹੁਣ ਇੱਥੇ ਕੋਈ ਗੁਰਮੀਤ ਸਿੰਘ ਹੈ, ਕੋਈ ਉੱਤਮ ਸਿੰਘ ਹੈ, ਕੋਈ ਆਇਆ ਸਿੰਘ ਹੈ, ਕੋਈ ਗਿਆ ਸਿੰਘ ਹੈ, ਕੋਈ ਨਾਂ ਨੇ, ਸਮਝ ਰਹੇ ਹੋ ਨਾ। ਸਤਿਗੁਰੂ ਜੀ ਕਹਿੰਦੇ ਰਾਏ ਬੁਲਾਰ ਤੂੰ ਰਾਏ ਬੁਲਾਰ ਨਹੀਂ, ਰਾਏ ਬੁਲਾਰ ਤੇ ਤੇਰੇ ਸਰੀਰ ਦਾ ਨਾਂ ਹੈ, ਤੇਰੇ ਸਰੀਰ ਦਾ ਨਾਂ ਹੈ। ਜਦ ਤੱਕ ਇਹ ਸਰੀਰ ਹੈ
तेरा नाम रहेगा, राए बुलार रहेगा। जब वो शरीर मुक गया अगले ने कहना राए बुलार खत्म, शरीर का ना है। तो चेते रखियो जे राए बुलार तू शरीर नहीं हैगा। असी भी अपने आप को कई बार जानते हैं ना, लोग कहते भी मैं फलाना सिंह, मैं फलाना सिंह। चेते रखे जे असी शरीर नहीं हैगे। ये बड़ी डूंगी विचार है। तो गुरु साहब ने कहा, मैं शब्द के अर्थ कर रहा, बंदे खोज दिल हर रोज। तू अपने आप को खोज। कभी विचारिया भी मैं कौन आ? सुनो रे तू कौन, कहाँ ते आया, कौन है तू, कितों आया है, तेरे आने का मकसद की है? कदे ये गल विचारी है? नहीं विचारी। हुण मैं एक गल स्पष्ट कर दिया, सतगुरु गुरु नानक साहब जी कहते राए बुलार तू राए बुलार नहीं। या इउं कह लो भी आ जिहड़ा एक शरीर है ना, शरीर ये एक साधन है। काहदे वास्ते मिलिया? सतगुरु जी की बाणी कहती है, देहे ते जनड़िया जियो। उन्हां समयां दे विच जदों गुरबाणी लिखी गई, उन्हां समयां दे विच आउण जाण दे जिहड़े साधन सन, वो ऊठ हुंदे सन, हाथी हुंदे सन, घोड़े हुंदे सन सफ़र करन दे। सतगुरु जी कहते ये देही है ना जिहड़ी एक घोड़ी है, घोड़ी। तो घोड़ी आम तौर पर उदों वरती जाती सी सफ़र करने वास्ते। सफ़र सौखा हो जाए, अगला घोड़ी तां ही खरीददा सी भी तुरना ना पवे, घोड़े ते बह जाएंगे तो सफ़र सौखा हो जाएगा। सतगुरु जी कहते भी ये संसार तो निरंकार तक का सफ़र तय करने वास्ते ये शरीर एक सानू घोड़ी मिलिया है, साधन मिलिया है, साधन। तो दास ने पहला भी 2-4 बार विचार साझी की है भी देखो कोई गड्डी ले आवे, साडे वर्गा अजकल के समय गड्डी ले आवे तो रोज़ ही सवेरे उठ के गड्डी नूं धो दिया करे, साफ कपड़ा मार दिया करे, रोज़ ही उन्होंने धो दिया करे, रोज़ वो तेल पवा दिया करे, चलाए है ना, रोज़ ही कपड़ा मारी जा करे, रोज़ ही। वेखण वाले कहणगे भी यार इनू रोज़ का तू धोती जाता रहना, ये सफ़र सुफर तो करता कोई नहीं, काहदे वास्ते लियांदी हो? तो वो अगों जवाब देवे भी ये लियांदी धोण वास्ते है। साडे हालात ये नहीं। शरीर ते मिलिया सी सफ़र तय करने वास्ते। भई प्राप्त मानुख देहुरिया, गुरु साहब के वचन, गुरु अर्जन साहब का शब्द आप रोज़ पढ़ते आ रहे राज साहब के। काहदे वास्ते मिली है? भई प्राप्त मानुख देहुरिया गोबिंद मिलन की। ये तेनू देही तां मिली है भी रब नूं मिलन की वारी है तेरी, मिल रब नूं मिल, इस देही तो कम लै। पर असी की कीता? सारी दी सारी उम्र इस देही नूं पालदियां होइयां लंघ गई, देही नूं ही साਂਭਦੇ रहे। सतगुरु जी ने कहा, चोआ चंदन मर्दन अंगा सोतन जलै घाट कै संगा। सारी उम्र ये देही नूं असीं संभालते रहे, देही नूं कोशिश की भी मैं इस देही नूं सवार ला, मैं सोहना बन जा, मैं चंगा बन जा, देही की सेवा दे विच ही लगे रहे। सतगुरु जी कहते ने बाणी दे विच वचन आए, मालक जी कहते ने अनेकां प्रकार के पदार्थ छकदा रहा, त्रिग अवेहा जीविया जित खाए वधाया पेट। कहते की फायदा, खा खा के तू ढिड वधा लिया ही, रब दा नाम ते नानक सच्चे नाम बिन सभो दुश्मन। सतगुरु जी ने वचन कहे हेत, कहते सारे का सारा जीवन बर्बाद कर लिया। हुण समझिओ ये जिहड़ा शरीर है ना, शरीर सतगुरु जी कहते एक साधन है, तो इस साधन दे नाल संसार तो निरंकार तक का सफ़र तय करना सी। वो तां होना सी जे इस शरीर तो कम लैंदे। ते कम किहड़ा लेना सी? आ भी सुनिओ, कम की लेना सी? भगत कबीर साहब का ही वचन है, कहते मन राम सिमर पछताहेगा, पापी जियरा लोभ करता है आज काल उठ जाहेगा, लालच लागे जन्म गवाया माया भरम भुलाहेगा, तन जोबन का गर्भ ना कीजै कागद ज्यों गल जाएगा। अगे क्या कहते, सिमरन इस देही नाल, सिमरन भजन दया नहीं कीनी, चंगे काम नहीं ना कीते, सिमरन नहीं किया, रब नूं चेते नहीं किया, सिमरन भजन दया नहीं कीनी, तो मुख चोटां खाएगा, धर्म राए जब लेखा मंगै। उन्हें अगले ने कहना तेनों शरीर दिता सी, सब तो दुनिया दे विच जा 84 लाख जूना दे विचों सब तो कीमती चीज़ जे कोई हैगी ना, वह शरीर है। शरीर ए मनुखा दे ही ताई मालक ने वचन कहा, अवर जोन तेरी पनिहारी, इस धरती में तेरी सकदारी तेनों सरदार बना के भेजिया है। इस धरती 84 लाख जूना दे विचों सब तो उत्तम जिहड़ी देही है वो इंसानी जामा है। इसलिए गुरु साहब ने कहा, मालक जी कहते बंदे खोज दिल हर रोज़ अपने आप नूं खोज, अपनियां विचारां दे विच झाती मार के वेख भी तू कौन है। सतगुरु जी ने कहा,
ਮਾਲਕ ਜੀ ਕਹਿੰਦੇ ਕਵਨ ਕਾਜ ਸਿਰਜੇ ਜਗ ਭੀਤਰ ਜਨਮ ਕਵਨ ਫਲ ਪਾਇਆ ਭਵਨਿਦ ਤਰਨ ਤਾਰਨ ਚਿੰਤਾ ਮਨ ਇੱਕ ਨਿਮਖ ਨਾ ਇਹ ਮਨ ਲਾਇਆ ਗੋਬਿੰਦ ਹਮ ਐਸੇ ਅਪਰਾਧੀ ਜਿਨ ਪ੍ਰਭ ਜਿਉ ਪਿੰਡ ਥਾ ਦੀਆ ਤਿਸਕੀ ਭਾਓ ਭਗਤ ਨਾ ਸਾਧੀ ਆਏ ਤੇ ਬੰਦਗੀ ਕਰਨ ਸਾਂ ਨਾਮ ਜਪਣ ਸਾਂ ਚੰਗੇ ਕਰਮ ਕਰਨ ਸਾਂ ਉਹ ਕੀਤੇ ਹੀ ਨਹੀਂ। ਖੋਜ ਵਿਚਾਰ ਜਦੋਂ ਤੂੰ ਆਪਣੇ ਆਪ ਨੂੰ ਵਿਚਾਰੇਂਗਾ ਨਾ ਤੈਨੂੰ ਪਤਾ ਲੱਗ ਜਾਏਗਾ ਵੀ ਮੈਂ ਤੇ ਗੁਨਾਹਾਂ ਦੇ ਨਾਲ ਭਰਿਆ ਹੋਇਆ। ਆ ਜਿੰਨਾ ਜਿਹੜੇ ਗੁਰਬਾਣੀ ਦੇ ਵਿੱਚ ਸ਼ਬਦ ਆਏ ਨੇ ਨਾ ਹਮ ਅਵਗਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੈ ਵਿਖਾਈ, ਇਹ ਉਹਨਾਂ ਨੇ ਤਾਂ ਲਿਖੇ ਹੈ ਭੱਟ ਸਾਹਿਬਾਨਾਂ ਨੇ ਕਿਉਂਕਿ ਉਹਨਾਂ ਨੇ ਆਪਣੇ ਆਪ ਨੂੰ ਖੋਜਿਆ। ਭਗਤ ਫਰੀਦ ਸਾਹਿਬ ਨੇ ਬਚਨ ਕਹੇ, ਕਹਿੰਦੇ ਦੁਨੀਆ ਦੇ ਲੋਕ ਕਹਿੰਦੇ ਨੇ ਭਗਤ ਫਰੀਦ ਸਾਹਿਬ ਦਰਵੇਸ਼ ਹੈ, ਭਗਤ ਫਰੀਦ ਸਾਹਿਬ ਸਾਧੂ ਹੈ, ਮਹਾਤਮਾ ਹੈ। ਕਹਿੰਦੇ ਇਹਨਾਂ ਲੋਕਾਂ ਨੂੰ ਕੀ ਪਤਾ ਹੈ, ਜਦੋਂ ਮੈਂ ਆਪਣੇ ਅੰਦਰ ਝਾਤੀ ਮਾਰ ਕੇ ਵੇਖਣਾ ਤੇ ਮੈਨੂੰ ਇਹ ਪਤਾ ਲੱਗਦਾ, ਮੈਂ ਆਪਣੇ ਆਪ ਨੂੰ ਇਹ ਜਾਣਦਾ ਮੈਂ ਤੇ ਗੁਨਾਹਾਂ ਦਾ ਭਰਿਆ ਹੋਇਆ। ਕਿਹਾ ਨਾ ਫਰੀਦਾ ਕਾਲੇ ਮਹਿੰਡੇ ਕੱਪੜੇ ਕਾਲਾ ਮਹਿੰਡਾ ਵੇਸ ਗੁਣ ਹੀ ਭਰਿਆ ਮੈਂ ਮੇਰਾ ਲੋਕ ਕਹੈ। ਦਰਵੇਸ਼ ਜਿਸ ਵੇਲੇ ਅਸੀਂ ਆਪਣੇ ਅੰਦਰ ਝਾਤੀ ਮਾਰਾਂਗੇ ਨਾ ਸਾਨੂੰ ਸਾਡੀ ਅਸਲੀਅਤ ਪਤਾ ਲੱਗੇਗੀ ਵੀ ਮੈਂ ਕੌਣ ਆ। ਪਤਾ ਲੱਗ ਜਾਣਾ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ। ਤਾਂ ਹੀ ਗੁਰੂ ਸਾਹਿਬ ਨੇ ਕਿਹਾ, ਮਾਲਕ ਜੀ ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼। ਫਿਰ ਅਗਲੀ ਪੰਕਤੀ ਦੇ ਵਿੱਚ ਬਚਨ ਕਹੇ ਨਾ ਫਿਰ ਪਰੇਸ਼ਾਨੀ ਮਾਹੇ। ਕਹਿੰਦੇ ਆ ਤੇਰੀਆਂ ਪਰੇਸ਼ਾਨੀਆਂ ਮੁੱਕ ਜਾਣਗੀਆਂ ਜਦੋਂ ਤੂੰ ਆਪਣੇ ਆਪ ਨੂੰ ਖੋਜੇਂਗਾ, ਆਪਣੇ ਆਪ ਨੂੰ ਲੱਭੇਂਗਾ ਵੀ ਮੈਂ ਕੌਣ ਆ। ਕਹਿੰਦੇ ਇਹ ਜੋ ਦੁਨੀਆ ਆ ਸੁਣਿਓ, ਕਹਿੰਦੇ ਜਿਹਦੇ ਪਿੱਛੇ ਤੂੰ ਕਵਣਾ ਹੋਇਆ ਫਿਰਦਾ ਨਾ, ਜਿਹਦੇ ਪਿੱਛੇ ਤੂੰ ਆਪਣੇ ਆਪ ਨੂੰ ਭੁੱਲੀ ਬੈਠਾ ਹੈ, ਜਿਹਦੇ ਪਿੱਛੇ ਤੂੰ ਰੱਬ ਨੂੰ ਭੁੱਲੀ ਬੈਠਾ ਹੈ, ਕਹਿੰਦੇ ਇਹ ਜੋ ਦੁਨੀਆ ਸਿਹਰ ਮੇਲਾ, ਕਹਿੰਦੇ ਇਹ ਜਿਹੜੀ ਦੁਨੀਆ ਹੈ ਨਾ ਇਹ ਇੱਕ ਤਮਾਸ਼ੇ ਦੇ ਵਾਂਗ ਹੈ। ਤਮਾਸ਼ੇ ਸ਼ੇਰ ਦਾ ਮਤਲਬ ਹੈ ਤਮਾਸ਼ਾ। ਹੁਣ ਕਹਿੰਦੇ ਵੀ ਜਦੋਂ ਕੋਈ ਤਮਾਸ਼ਾ ਵਿਖਾਉਂਦਾ ਹੁੰਦਾ ਨਾ, ਤਮਾਸ਼ਾ ਬਾਜੀਗਰ ਵਿਖਾਉਂਦਾ ਤਮਾਸ਼ਾ, ਉਹ ਤਮਾਸ਼ਾ ਸੱਚਾ ਨਹੀਂ ਹੁੰਦਾ। ਉਹ ਜਾਦੂਗਰ ਹੈ, ਉਹ ਜਾਦੂ ਦੇ ਨਾਲ ਕਦੀ ਨੋਟ ਬਣਾ ਦਿੰਦਾ ਹੈ, ਕਦੀ ਆਪਾਂ ਪੁਰਾਣੇ ਸਮੇਂ 'ਚ ਵੇਖਦੇ ਸਾਂ ਹੈ ਨਾ, ਕਦੀ ਉਹ ਆਪਣੇ ਉਹਦੇ ਖੇਸ ਦੇ ਵਿੱਚੋਂ ਲੋਈ ਦੇ ਵਿੱਚੋਂ ਟੇਬਰ ਕੱਢ ਲੈਂਦਾ ਸੀ, ਕਦੀ ਟੀਵੀ ਕੱਢ ਲੈਂਦਾ ਸੀ, ਕਦੀ ਕੁਛ ਕੱਢ ਲੈਂਦਾ ਸੀ। ਉਹ ਅਸਲ ਦੇ ਵਿੱਚ ਇੱਕ ਹੱਥਾਂ ਦਾ ਕਹਿ ਲਓ ਵੀ ਸਫਾਈ ਹੁੰਦੀ ਸੀ, ਜਾਦੂ ਹੁੰਦਾ ਸੀ ਉਹਦਾ। ਸਤਿਗੁਰੂ ਜੀ ਨੇ ਬਚਨ ਕਹੇ ਇਹ ਜੋ ਦੁਨੀਆ ਸਿਹਰ ਮੇਲਾ, ਕਹਿੰਦੇ ਇਹ ਇੱਕ ਮੇਲੇ ਦੀ ਨਿਆਈ ਹੈ, ਇਹ ਇੱਕ ਜਾਦੂ ਦੀ ਨਿਆਈ ਹੈ। ਦਸਤਗੀਰੀ ਨਾਹੀਂ, ਸੁਣਿਓ ਦਸਤਗੀਰੀ ਦਾ ਮਤਲਬ ਇਹਦੇ 'ਚ ਹੱਥ ਆਉਣ ਵਾਲੀ ਚੀਜ਼ ਕੁਛ ਵੀ ਨਹੀਂ। ਬੜਾ ਪਿਆਰਾ ਬਚਨ ਹੈ ਭਗਤ ਕਬੀਰ ਸਾਹਿਬ ਦਾ। ਇਹ ਜੋ ਦੁਨੀਆ ਸਿਹਰ ਮੇਲਾ, ਕਹਿੰਦੇ ਇਹ ਇੱਕ ਜਾਦੂ ਦਾ ਤਮਾਸ਼ਾ ਹੈ। ਬੰਦਾ ਜਦੋਂ ਉਹ ਤਮਾਸ਼ਾ ਵੇਖਦਾ ਨਾ ਇੱਕ ਪਲ ਐਸਾ ਆਉਂਦਾ ਵੀ ਬੰਦੇ ਨੂੰ ਉਹ ਤਮਾਸ਼ਾ ਸੱਚ ਲੱਗਣ ਲੱਗ ਪੈਂਦਾ। ਖੜੀ ਸੱਚਾਈ ਹੈ। ਇੱਕ ਪਲ ਐਸਾ ਹੁੰਦਾ ਉਹ ਚੰਗਾ ਲੱਗਣ ਲੱਗ ਪੈਂਦਾ, ਉਹਨੂੰ ਅਸਲੀਅਤ ਸਮਝ ਲੈਂਦਾ। ਸਤਿਗੁਰੂ ਜੀ ਕਹਿੰਦੇ ਦੁਨੀਆ ਦੇ ਵਿੱਚ ਆਇਆ ਤੂੰ ਵੀ ਦੁਨੀਆ ਨੂੰ ਸੱਚ ਸਮਝ ਬੈਠਾ ਹੈ, ਗਲਤੀ ਕਰ ਲਈ। ਮਹਾ ਭਿਆਨ ਉਦਿਆਨ, ਸਤਿਗੁਰੂ ਜੀ ਦੀ ਬਾਣੀ ਜੈਤ ਸ੍ਰੀ ਕੀ ਵਾਰ ਗੁਰੂ ਅਰਜਨ ਸਾਹਿਬ। ਮਹਾ ਭਿਆਨ ਉਦਿਆਨ ਨਗਰ ਕਰਮਾਨੇ, ਇਹਨੂੰ ਆਪਣਾ ਘਰ ਬਣ ਕੇ ਬੈਠਾ। ਜਿਹੜਾ ਭਿਆਨਕ ਜੰਗਲ ਸੀ ਇਹਦੇ ਵਿੱਚੋਂ ਤੇ ਤੂੰ ਨਿਕਲਣਾ ਸੀ, ਪਰ ਸਤਿਗੁਰੂ ਕਹਿੰਦੇ ਨਿਕਲਣ ਦੀ ਬਜਾਏ ਤੂੰ ਘਰ ਹੀ ਵੀ ਇਹਨੂੰ ਬਣ ਕੇ ਬਹਿ ਗਿਆ। ਫਿਰ ਤੇਰੇ ਨਾਲੋਂ ਵੱਡਾ ਮੂਰਖ ਸਤਿਗੁਰੂ ਜੀ ਕਹਿੰਦੇ ਹੋਰ ਕੌਣ ਹੋ ਸਕਦਾ ਵੀ ਜਿਹਦੇ ਤੋਂ ਵੀ ਸਾਨੂੰ ਅਲਰਟ ਕੀਤਾ ਵੀ ਇਹ ਸੰਸਾਰ ਤੋਂ ਬਚ ਕੇ ਰਹੀ। ਮਾਲਕ ਜੀ ਕਹਿੰਦੇ ਤਿਤ ਸਰਵਰੜੈ ਪਹਿਲੇ ਨਿਵਾਸਾ ਪਾਣੀ ਪਾਵਕ ਤਿਨੈ ਕੀਆ ਪੰਕਜ ਮੋਹ ਪੱਗ ਨਹੀਂ ਚਾਲੈ ਹਮ ਦੇਖਾ। ਤੈਂ ਡੂਬੀ ਵਾਲੇ ਮਾਲਕ ਜੀ ਕਹਿੰਦੇ ਇਹਦੇ ਵਿੱਚ ਡੁੱਬਦੇ ਪਏ ਨੇ ਲੋਕ। ਜੇ ਤੇ ਸਮਝ ਹੁੰਦੀ ਤੇ ਸੰਸਾਰ ਰੂਪੀ ਸਮੁੰਦਰ ਚੋਂ ਇਸ ਭਿਆਨਕ ਜੰਗਲ ਤੋਂ ਬਚਣ ਦੀ ਕੋਸ਼ਿਸ਼ ਕਰਦਾ ਬੰਦਾ। ਹੁਣ ਸਮਝ ਨਹੀਂ ਸੀ, ਸੋਚ ਨਹੀਂ ਸੀ, ਮਨ ਪਿੱਛੇ ਲੱਗਦਾ ਰਿਹਾ। ਇਹ ਕਹਿੰਦਾ ਆਪਾਂ ਨਹੀਂ ਬਚਣਾ, ਆਪਾਂ ਤੇ ਇੱਥੇ ਹੀ ਗੋਤੇ ਖਾਣੇ, ਆਪਾਂ ਤੇ ਇੱਥੇ ਹੀ ਰਹਿਣਾ। ਸਤਿਗੁਰੂ ਜੀ ਦੀ ਬਾਣੀ ਕਹਿੰਦੀ ਹੈ, ਮੈਂ ਸੰਖੇਪ ਦੇ ਵਿੱਚ ਕਿਉਂਕਿ ਸਮਾਂ ਆਪਣੀ ਚਾਲੇ ਚੱਲ ਰਿਹਾ। ਸਤਿਗੁਰੂ ਜੀ ਕਹਿੰਦੇ ਨੇ ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ, ਇਹ ਕਹਿੰਦੇ ਹੱਥ ਆਉਣ ਵਾਲੀ ਕੋਈ ਚੀਜ਼ ਨਹੀਂ ਇਹਦੇ ਵਿੱਚ। ਮਹਾ ਭਿਆਨ ਧਿਆਨ ਨਗਰ ਕਰ ਮਾਨਿਆ ਝੂਠ ਸਮਗਰੀ ਪੇਖ ਸੱਚ ਕਰ ਜਾਣਿਆ। ਕਾਮ ਕ੍ਰੋਧ ਹੰਕਾਰ ਫਿਰੈ ਦੇਵਾਨਿਆ ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ ਬਿਨ ਪੂਰੇ ਗੁਰਦੇਵ ਫਿਰੈ ਸ਼ੈਤਾਨਾਂ ਵਾਲਾ ਜੀਵਨ ਬਤੀਤ ਕੀਤਾ। ਇਹ ਰਹਾਉ ਵਾਲੀ ਪੰਕਤੀ। ਹੁਣ ਪਹਿਲਾ ਪਦਾ ਸੁਣਿਓ। ਭਗਤ ਕਬੀਰ ਸਾਹਿਬ ਜੀ ਕਹਿੰਦੇ ਵੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ। ਕਹਿੰਦੇ ਬੰਦੇ ਲੋਕ ਨੇ ਨਾ ਜਿਹੜੇ ਵੇਦਾਂ, 4 ਵੇਦ ਨੇ ਸਨਾਤਨ ਧਰਮ ਦੇ, ਰਿਗਵੇਦ, ਜੁਜਰ ਵੇਦ, ਸ਼ਾਮ ਵੇਦ ਤੇ ਅਥਰਵਣ ਵੇਦ, 4 ਵੇਦ ਨੇ। ਪੱਛਮੀ ਜਿਹੜਾ ਸਭਿਅਤਾ ਹੈ ਜਾਂ ਪੱਛਮੀ ਲੋਕ ਨੇ ਇਹਨਾਂ ਦੇ ਕਤੇਬ ਨੇ ਜ਼ੰਬੂਰ ਹੈ,
ਅਜ਼ੀਲ ਹੈ, ਤੁਰੇਤ ਹੈ ਤੇ ਕੁਰਾਨ ਹੈ। ਇਹ 4 ਕਿਤਾਬ ਨੇ ਪੱਛਮੀ ਲੋਕਾਂ ਦੇ। ਹੁਣ ਸਮਝਿਓ ਮੇਰੀ ਬੇਨਤੀ ਨੂੰ ਧਿਆਨ ਨਾਲ। ਭਗਤ ਕਬੀਰ ਸਾਹਿਬ ਜੀ ਕਹਿੰਦੇ ਵੇਦ ਕਿਤਾਬ ਇਫਤਰਾ ਭਾਈ। ਇਫਤਰਾ ਦਾ ਮਤਲਬ ਇਹ ਹੈ ਵੀ ਹੈ ਕੁਛ ਹੋਰ ਪਰ ਪੇਸ਼ ਕੁਛ ਹੋਰ ਕੀਤਾ ਜਾ ਰਿਹਾ ਹੈ, ਕੁਛ ਹੋਰ। ਆਪਾਂ ਨਹੀਂ ਕਹਿੰਦੇ ਵੀ ਜਦੋਂ ਕਿਸੇ ਦੀ ਮਸ਼ਹੂਰੀ ਕਰਨੀ ਹੁੰਦੀ ਆ, ਆਪਾਂ ਰੋਜ਼ ਹੀ ਐਡਵਰਟਾਈਜ਼ਮੈਂਟ ਵੇਖਦੇ ਆ ਕਿਸੇ ਚੀਜ਼ ਦੀ, ਆਪਾਂ ਉਹ ਮਸ਼ਹੂਰੀ ਵੇਖ ਕੇ ਨਾ, ਮਸ਼ਹੂਰੀ ਵੇਖ ਕੇ ਵੀ ਆਪਾਂ ਉਹ ਜਦੋਂ ਉਹਦੀ ਐਡਵਰਟਾਈਜ਼ਮੈਂਟ ਦਾ ਤਰੀਕਾ ਇਹੋ ਜਿਹਾ ਹੁੰਦਾ, ਆਪਾਂ ਕਹਿੰਦੇ ਵੀ ਆਹ ਚੀਜ਼ ਜਿਹੜੀ ਹੈ ਬੜੀ ਵਧੀਆ, ਜਾਂ ਟੀ ਵੀ 'ਤੇ ਮਸ਼ਹੂਰੀਆਂ ਦਿੱਤੀਆਂ ਹੀ ਇਸੇ ਕਰਕੇ ਜਾਂਦੀਆਂ ਵੀ ਲੋਕ ਖਰੀਦਣ, ਲੋਕ ਇਹਦੇ 'ਤੇ ਵਿਸ਼ਵਾਸ ਕਰਨ। ਪਰ ਬਾਅਦ 'ਚ ਪਤਾ ਲੱਗਦਾ ਵੀ ਜਿਸ ਚੀਜ਼ ਜਿਹੜੇ ਕਾਰਨ ਕਰਕੇ ਖਰੀਦੀ ਸੀ ਉਹ ਹੈ ਹੀ ਨਹੀਂ, ਇਹਦੇ ਵਿੱਚੋਂ ਅਸਲੀਅਤ ਹੈ ਹੀ ਨਹੀਂ। ਸਮਝਿਓ ਹੁਣ, ਕਿਉਂਕਿ ਬਾਹਰੋਂ ਕਹਿੰਦੇ ਨੇ ਨਾ ਲੇਬਲ ਕੁਛ ਹੋਰ ਹੁੰਦਾ, ਅੰਦਰੋਂ ਕੁਛ ਹੋਰ ਹੁੰਦਾ ਹੈ। ਭਗਤ ਜੀ ਕਹਿੰਦੇ ਨੇ ਵੇਦ ਕਥੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ। ਦਿਲ ਕਾ ਫਿਕਰ ਨਾ ਜਾਏ ਦਾ ਮਤਲਬ ਹੈ ਵੀ ਲੋਕ ਵੇਦ ਤੇ ਕਿਤਾਬ ਪੜ੍ਹਦੇ ਆ। ਹਿੰਦੂ ਲੋਕ ਜਿਹੜੇ ਨੇ ਉਹ ਕਿਤਾਬਾਂ ਪੜ੍ਹੀ ਜਾਂਦੇ ਨੇ, ਤੇ ਇਸਲਾਮ ਨੂੰ ਮੰਨਣ ਵਾਲੇ ਜਿਹੜੇ ਨੇ ਉਹ ਵੇਦ ਪੜ੍ਹੀ ਜਾਂਦੇ ਨੇ। ਦੇਖੋ ਇੱਕ ਦੂਜੇ ਦੇ ਧਾਰਮਿਕ ਗ੍ਰੰਥ ਪੜ੍ਹਦੇ ਨੇ, ਇਸ ਕਰਕੇ ਨਹੀਂ ਪੜ੍ਹਦੇ, ਆ ਧਿਆਨ ਨਾਲ ਸੁਣਿਓ, ਇੱਕ ਦੂਜੇ ਦੇ ਧਾਰਮਿਕ ਗ੍ਰੰਥ ਪੜ੍ਹਦੇ ਨੇ ਇਸ ਕਰਕੇ ਨਹੀਂ ਪੜ੍ਹਦੇ ਵੀ ਮੈਂ ਗਿਆਨ ਲੈਣਾ ਹੈ, ਇਸ ਕਰਕੇ ਪੜ੍ਹਦੇ ਨੇ ਵੀ ਮੈਨੂੰ ਪਤਾ ਲੱਗੇ ਵੀ ਇਹਦੇ ਵਿੱਚ ਕੀ ਲਿਖਿਆ ਹੈ, ਤੇ ਮੈਂ ਇਹਨਾਂ ਨੂੰ ਜਦੋਂ ਮੇਰੇ ਨਾਲ ਬਹਿਸ, ਜਦੋਂ ਮੇਰੇ ਨਾਲ ਵਾਦ ਵਿਵਾਦ ਹੋਏਗਾ ਨਾ, ਤੇ ਮੈਂ ਇਹਨਾਂ ਦੇ ਧਰਮ ਗ੍ਰੰਥ ਦੀ ਉਦਾਹਰਨ ਦੇ ਕੇ ਇਹਨਾਂ ਨੂੰ ਥੱਲੇ ਲਾ ਲੈਣਾ। ਚੰਗਾ ਹੁੰਦਾ ਵੇਦ ਪੜ੍ਹਦਾ। ਭਗਤ ਕਬੀਰ ਸਾਹਿਬ ਦਾ ਬਚਨ ਹੈ, ਕਹਿੰਦੇ ਲੋਕ ਤੇ ਇਹਨਾਂ ਚੀਜ਼ਾਂ 'ਚ ਫਸੇ ਨੇ ਵੀ ਮੈਂ ਚੰਗਾ, ਮੈਂ ਚੰਗਾ, ਆਪਣੇ ਆਪ ਨੂੰ ਚੰਗਾ ਕਹਿਣ ਦੇ ਪਿੱਛੇ। ਕਹਿੰਦੇ ਵੇਦਾਂ ਤੇ ਕਿਤਾਬਾਂ ਦਾ ਪਾਠ ਤੇ ਹੋ ਰਿਹਾ, ਇੱਕ ਦੂਜੇ ਤੇ ਧਾਰਮਿਕ ਗ੍ਰੰਥ ਤੇ ਪੜ੍ਹ ਰਹੇ ਨੇ, ਇਸ ਕਰਕੇ ਨਹੀਂ ਪੜ੍ਹ ਰਹੇ ਵੀ ਮੈਂ ਕੁਛ ਪ੍ਰਾਪਤ ਕਰਨਾ ਹੈ। ਕਹਿੰਦੇ ਇਸ ਕਰਕੇ ਪੜ੍ਹ ਰਹੇ ਨੇ ਵੀ ਮੈਂ ਇਹਨੂੰ ਇਹਦੇ ਧਰਮ ਦੇ ਉਦਾਹਰਨ ਦੇ ਕੇ ਕਿਵੇਂ ਹਰਾਣਾ, ਕਿਵੇਂ ਆ ਥੱਲੇ ਕਿਵੇਂ ਲਾਉਣਾ। ਕਹਿੰਦੇ ਇਹਦੇ ਨਾਲ ਕੀ ਹੋਇਆ, ਫਿਰ ਵੇਦ ਕਿਤਾਬ ਤੇ ਪੜ੍ਹੇ। ਇੱਕ ਹੋਰ ਬਚਨ ਹੈ ਬਾਣੀ ਦਾ, ਸਤਿਗੁਰੂ ਜੀ ਕਹਿੰਦੇ ਨੇ ਵੇਦ ਕਿਤਾਬ ਕਹੋ ਮਤ ਝੂਠੇ। ਲੋਕ ਕਹਿੰਦੇ ਨੇ ਨਾ ਇਹਨਾਂ ਨੂੰ ਨਾ ਤੂੰ ਨਿੰਦ ਵੀ ਆ, ਝੂਠੇ ਨੇ, ਆ ਝੂਠੇ ਨੇ। ਸਤਿਗੁਰੂ ਜੀ ਕਹਿੰਦੇ ਝੂਠਾ ਜੋ ਨਾ ਵਿਚਾਰਿਆ, ਕਹਿੰਦੇ ਅਸਲ ਦੇ ਵਿੱਚ ਝੂਠਾ ਬੰਦਾ ਉਹ ਹੈ ਜਿਹੜਾ ਇਹਨਾਂ ਦੀ ਵਿਚਾਰਧਾਰਾ ਤੇ ਨਹੀਂ ਚੱਲਦਾ, ਜਿਹੜਾ ਇਹਨਾਂ ਦੀ ਵਿਚਾਰਧਾਰਾ ਨੂੰ ਅਪਣਾਉਂਦਾ ਨਹੀਂ। ਧਾਰਮਿਕ ਗ੍ਰੰਥ ਚੇਤੇ ਰੱਖਿਆ ਜੇ, ਕਿਸੇ ਧਰਮ ਦਾ ਵੀ ਇਹ ਮਾੜਾ ਨਹੀਂ। ਧਾਰਮਿਕ ਗ੍ਰੰਥ ਦੇ ਵਿੱਚ ਜੀਵਨ ਦੀ ਜਾਂਚ ਦੱਸੀ ਹੁੰਦੀ ਹੈ, ਪਰ ਉਹ ਗੱਲ ਵੱਖਰੀ ਹੈ, ਉਹਦੇ ਜਿਹੜੇ ਮੰਨਣ ਵਾਲੇ ਨੇ ਜਾਂ ਉਹ ਆਪਣੇ ਤਰੀਕੇ ਦੇ ਨਾਲ ਉਹਦੀਆਂ ਵਿਚਾਰਾਂ, ਉਹਦੇ ਅਰਥ ਪੇਸ਼ ਕਰਦੇ ਨੇ, ਉੱਥੇ ਗਲਤ ਹੋ ਜਾਂਦਾ। ਸਤਿਗੁਰੂ ਜੀ ਨੇ ਬਚਨ ਕਹੇ ਵੇਦ ਕਿਤਾਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ। ਕਹਿੰਦੇ ਇਸ ਤਰ੍ਹਾਂ ਦਿਲ ਦਾ ਫਿਕਰ ਨਹੀਂ, ਦਿਲ ਦੀ ਪਰੇਸ਼ਾਨੀ, ਅੰਦਰ ਦੀ ਪਰੇਸ਼ਾਨੀ ਨਹੀਂ ਜਾਣੀ। ਕਿਉਂਕਿ ਕਿਹਾ ਨਾ ਬੰਦੇ ਖੋਜ ਦਿਲ ਹਰ ਰੋਜ਼ ਮਤ ਫਿਰ ਨਾ ਫਿਰ ਪਰੇਸ਼ਾਨੀ ਮਾਏ, ਤੇਰੇ ਜੀਵਨ 'ਚ ਪਰੇਸ਼ਾਨੀ ਨਹੀਂ ਹੋਏਗੀ। ਪਰੇਸ਼ਾਨੀਆਂ ਦਾ ਸਭ ਤੋਂ ਵੱਡਾ ਕਾਰਨ ਹੈ ਬੰਦਾ ਧਾਰਮਿਕ ਗ੍ਰੰਥ ਪੜ੍ਹਦਾ ਹੈ, ਇਸ ਕਰਕੇ ਨਹੀਂ ਪੜ੍ਹਦਾ ਵੀ ਮੈਂ ਗਿਆਨ ਲੈਣਾ, ਇਸ ਕਰਕੇ ਪੜ੍ਹਦਾ ਹੈ ਵੀ ਮੈਂ ਲੋਕਾਂ ਨੂੰ ਹਰਾਉਣਾ ਹੈ। ਇੱਕ ਬੜੀ ਪਿਆਰੀ ਭਾਈ ਵੀਰ ਸਿੰਘ ਨੇ ਕਵਿਤਾ ਲਿਖੀ, ਮੇਰੇ ਕੋਲ ਅਰਥ ਕਰਨ ਦੇ ਟਾਈਮ ਨਹੀਂ ਹੈਗਾ, ਮੈਂ ਸਿਰਫ ਪੜ੍ਹ ਦਿੰਦਾ। ਉਹਦੇ 'ਚ ਕਿਹਾ ਭਾਈ ਵੀਰ ਸਿੰਘ ਨੇ, ਕਹਿੰਦੇ ਵੀ ਮੇਰੇ ਮਨ ਦੇ ਵਿੱਚ ਇੱਕ ਦਿਨ ਆਇਆ ਵੀ ਕਿਉਂ ਨਾ ਕੁਝ ਗਿਆਨ ਲੈ ਲਈਏ, ਕੁਛ ਗਿਆਨ ਪ੍ਰਾਪਤ ਕਰ ਲਈਏ। ਵੀ ਗੱਲਾਂ ਹੁੰਦੀਆਂ ਨੇ ਨਾ ਜਦੋਂ ਲੋਕਾਂ ਦੇ ਨਾਲ, ਤੇ ਲੋਕ ਮੈਨੂੰ ਗੱਲਾਂ 'ਚ ਥੱਲੇ ਲਾ ਲੈਂਦੇ। ਕਈ ਬਾਣੀ ਇਸ ਕਰਕੇ ਪੜ੍ਹਦੇ, ਬਾਣੀ ਦੇ ਅਰਥ, ਸ਼ਬਦਾਂ ਦੇ ਅਰਥ ਇਸ ਕਰਕੇ ਪੜ੍ਹਦੇ ਵੀ 4 ਅੱਖਰਾਂ ਦਾ ਪਤਾ ਹੋਵੇ, ਜਦੋਂ ਗੱਲਬਾਤ ਹੋਵੇ ਤੇ ਮੈਂ ਜਵਾਬ ਦੇ ਸਕਾਂ, ਆਪਣੇ ਭਲੇ ਵਾਸਤੇ ਨਹੀਂ, ਲੋਕਾਂ ਨੂੰ ਸਮਝਾਉਣ ਵਾਸਤੇ। ਭਾਈ ਵੀਰ ਸਿੰਘ ਜੀ ਕਹਿੰਦੇ ਮਨ ਦੇ ਵਿੱਚ ਆਇਆ, ਕਹਿੰਦੇ ਫਿਰ ਕੀ ਮੈਂ ਕੀਤਾ, ਕਹਿੰਦੇ ਇਹ ਜਿਹੜਾ ਦਿਮਾਗ ਸੀ ਨਾ, ਇਹਨੂੰ ਹੱਥ ਦੇ ਵਿੱਚ ਬਾਟਾ ਬਣਾ ਲਿਆ, ਹੱਥ ਦਾ ਬਾਟਾ ਬਣਾ ਲਿਆ। ਸਿਰ ਕਚਕੌਲ ਬਣਾ ਹੱਥ ਲੀਤਾ, ਪੜ੍ਹਿਆਂ ਦੇ ਦਰ ਫਿਰਿਆ। ਭਾਈ ਵੀਰ ਸਿੰਘ ਦੀ ਕਵਿਤਾ। ਸਿਰ ਕਚਕੌਲ ਬਣਾ ਹੱਥ ਲੀਤਾ, ਪੜ੍ਹਿਆਂ ਦੇ ਦਰ ਫਿਰਿਆ। ਕਹਿੰਦੇ ਦਰ ਦਰ ਦੇ ਟੁੱਕ ਮੰਗ ਪਾਏ। ਉੱਥੋਂ 4 ਗੱਲਾਂ ਸਿੱਖ ਲੀਆਂ, ਉਹਦੇ ਤੋਂ ਪੁੱਛ ਲੀਆਂ, ਉਹ ਤੋਂ ਪੁੱਛ ਲੀਆਂ। ਦਰ ਦਰ ਦੇ ਟੁੱਕ ਮੰਗ ਪਾਏ, ਤੁੰਨ ਕੇ ਭਰਿਆ। ਜਦੋਂ ਗਿਆਨ ਉੱਥੋਂ ਲੈ ਲਿਆ, ਕਹਿੰਦੇ ਭਰਿਆ ਦੇਖ ਅਫਰਿਆ ਸਾਂ ਮੈਂ। ਆਫਰ ਗਿਆ ਕਿ ਫਿਰ ਹੰਕਾਰ ਹੋ ਗਿਆ, ਤੇ ਜਦੋਂ ਹੰਕਾਰ ਹੋ ਗਿਆ ਕਹਿੰਦੇ ਭਰਿਆ ਦੇਖ ਅਫਰਿਆ ਸਾਂ ਮੈਂ ਜਾਣਾ ਪੰਡਤ ਹੋਇਆ। ਮੈਨੂੰ ਇਉਂ ਲੱਗਣ ਲੱਗ ਗਿਆ ਵੀ ਮੈਂ ਤੇ ਬੜਾ ਵਿਦਵਾਨ ਬਣ ਗਿਆ। ਆਪਣੇ ਭਲੇ ਵਾਸਤੇ ਨਹੀਂ, ਲੋਕਾਂ ਨੂੰ ਹਰਾਉਣ ਵਾਸਤੇ ਜਾਣਾ ਪੰਡਤ ਹੋਇਆ। ਟਿਕੇ ਨਾ ਪੈਰ ਜਮੀਨ ਤੇ ਮੇਰਾ, ਉੱਚਾ ਹੋ ਤੁਰਿਆ। ਸੁਣਿਓ, ਭਰਿਆ ਦੇਖ ਭਰਿਆ ਸਾਂ ਮੈਂ ਜਾਣਾ ਪੰਡਤ ਹੋਇਆ, ਟਿਕੇ ਨਾ ਪੈਰ ਜਮੀਨ ਤੇ ਮੇਰਾ, ਉੱਚਾ ਹੋ ਤੁਰਿਆ।
ਕਹਿੰਦੇ ਇੱਕ ਦਿਨ ਇਹ ਕਚਕੌਲ ਲੈ ਗਿਆ, ਮੁਰਸ਼ਦ ਮੂਹਰੇ ਧਰਿਆ, ਮੁਰਸ਼ਦ ਦੇ ਕੋਲ ਗੁਰੂ ਕੋਲ ਜਾ ਕੇ ਕਚਕੌਲ ਮੈਂ ਮੱਥਾ ਟੇਕਿਆ। ਕਹਿੰਦੇ ਝੂਠ ਝੂਠ ਉਸ ਕਰ ਉਲਟਾਇਆ, ਸਾਰਾ ਮੁੱਦਾ ਕਰਿਆ। ਅਗਲੇ ਨੇ ਜਦੋਂ ਗੁਰੂ ਦੇ ਕੋਲ ਲੈ ਗਿਆ, ਗੁਰੂ ਕਹਿੰਦਾ ਕੀ ਝੂਠ ਚੁੱਕੀ ਫਿਰਦਾ, ਝੂਠ ਝੂਠ ਉਸ ਕਰ ਉਲਟਾਇਆ, ਸਾਰਾ ਮੁੱਦਾ ਕਰਿਆ। ਕਹਿੰਦੇ ਮਲ ਮਲ ਕੇ ਫਿਰ ਧੋਤਾ ਇਸ ਨੂੰ, ਮੈਲ ਇਲਮ ਦੀ ਲਾਈ, ਜਿਹੜੀ ਇਲਮ ਦੀ ਮੈਲ ਲੱਗੀ ਸੀ ਨਾ ਵੀ ਮੈਂ ਗਿਆਨੀ, ਮੈਂ ਵਿਦਵਾਨ, ਮੈਂ ਪੰਡਤ, ਮੈਂ ਫਲਾਨਾ, ਮੈਂ ਢਿਮਕਾ, ਮਲ ਮਲ ਕੇ ਫਿਰ ਧੋਤਾ ਇਸ ਨੂੰ, ਮੈਲ ਇਲਮ ਦੀ ਲਾਈ। ਦੇਖੋ ਫਿਰ ਇਹ ਕਚਕੌਲ ਲਿਸ਼ਕਿਆ, ਕਮਲ ਵਾਂਗ ਫਿਰ ਖਿੜਿਆ। ਗੁਰੂ ਦੀ ਬਖਸ਼ਿਸ਼ ਨਾਲ ਗੁਰੂ ਨੇ ਖੜਾ ਦਿੱਤਾ। ਸਤਿਗੁਰੂ ਜੀ ਨੇ ਬਚਨ ਕਹੇ, ਕਹਿੰਦੇ ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ। ਕਹਿੰਦੇ ਟੁਕ ਦਮ ਕਰਾਰੀ ਜੋ ਕਰੋ। ਕਹਿੰਦੇ ਇੱਕ ਵਾਰੀ ਇਕਾਗਰਤਾ ਤੇ ਬਣਾ ਕੇ ਦੇਖੋ, ਟੁਕ ਦਮ ਕਰਾਰੀ, ਕਰਾਰੀ ਦਾ ਮਤਲਬ ਹੈ ਚਿੱਤ ਜੋੜ ਕੇ ਤਾਂ ਵੇਖ। ਜਦੋਂ ਚਿੱਤ ਜੋੜੇਗਾ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ, ਰੱਬ ਤੇਰੇ ਨਾਲ ਬੈਠਾ ਹੈ, ਰੱਬ ਤੇਰੇ ਤੋਂ ਦੂਰ ਹੈ ਹੀ ਨਹੀਂ। ਬੰਦੇ ਖੋਜ ਦਿਲ ਹਰ ਰੋਜ਼ ਨਾ, ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਹਿਰ ਮੇਲਾ ਦਸਤਗੀਰੀ ਨਾਹੇ ਰਹਾਓ। ਅੱਗੇ ਕਿਹਾ, ਕਹਿੰਦੇ ਦਰੋਗ ਪੜ ਪੜ ਖੁਸ਼ੀ ਹੋਏ। ਕਹਿੰਦੇ ਲੋਕ ਨਾ ਝੂਠ ਪੜ ਪੜ ਕੇ, ਝੂਠ ਹੰਕਾਰ ਦੇ ਵਿੱਚ ਕਹਿੰਦੇ ਖੁਸ਼ ਬੜੇ ਖੁਸ਼ ਹੁੰਦੇ ਨੇ ਵੀ ਮੈਨੂੰ ਇਸ ਸਵਾਲ ਦਾ ਜਵਾਬ ਮਿਲ ਗਿਆ, ਮੈਨੂੰ ਐਸਾ ਸਵਾਲ ਦਾ ਜਵਾਬ ਮਿਲ ਗਿਆ। ਜਦੋਂ ਬੰਦੇ ਨੂੰ ਪਤਾ ਲੱਗਦਾ ਨਾ, ਬੰਦਾ ਬੜਾ ਖੁਸ਼ ਹੁੰਦਾ ਵੀ ਮੈਂ ਯਾਰ ਉਹਨੂੰ ਹਰਾ ਦੇਣਾ ਅੱਜ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਏ। ਕਹਿੰਦੇ ਬੇਖਬਰ, ਮਲਕ ਜੀ ਕਹਿੰਦੇ ਮੂਰਖ ਇਨਸਾਨ, ਬਾਦ ਦਾ ਮਤਲਬ ਹੈ ਲੜਾਈ ਝਗੜੇ ਦੇ ਵਿੱਚ, ਬਕਾਹੇ ਦਾ ਮਤਲਬ ਬਹਿਸ ਕਰਦੇ ਨੇ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ। ਕਹਿੰਦੇ ਹੱਕ ਸੱਚ ਖਾਲਕ ਖਲਕ ਮਿਆਨੇ, ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਉਹ ਜਿਹੜਾ ਰੱਬ ਹੈ, ਜਿਹੜਾ ਹੱਕ ਸੱਚ, ਜਿਹੜਾ ਪਵਿੱਤਰ ਪਰਮਾਤਮਾ ਹੈ, ਖਲਕ ਮਿਆਨੇ। ਖਲਕ ਮਿਆਨੇ ਦਾ ਮਤਲਬ ਹੈ ਖਲਕਤ ਦੇ ਵਿੱਚ ਵਸਦਾ ਹੈ, ਨਾ ਤੇ ਸਤਵੇਂ ਆਕਾਸ਼ ਦੇ ਵਿੱਚ ਬੈਠਾ ਹੈ ਤੇ ਨਾ ਤੇਰੀ ਸ੍ਰੀ ਕ੍ਰਿਸ਼ਨ ਦੀ ਮੂਰਤੀ ਦੇ ਵਿੱਚ ਆ। ਭਗਤ ਕਬੀਰ ਸਾਹਿਬ ਦਾ ਸ਼ਬਦ, ਹੱਕ ਸੱਚ ਖਾਲਕ ਖਲਕ ਮਿਆਨੇ, ਸਿਆਮ ਮੂਰਤ ਨਾਹੇ। ਕਹਿੰਦੇ ਤੇਰੇ ਕ੍ਰਿਸ਼ਨ ਦੀ ਮੂਰਤੀ 'ਚ ਨਹੀਂ ਬੈਠਾ ਜਿਹਨੂੰ ਤੂੰ ਕਹਿੰਦਾ ਵੀ ਮੇਰਾ ਤੇ ਰੱਬ ਹੀ ਇੱਥੇ ਆ। ਸਤਿਗੁਰੂ ਜੀ ਨੇ ਕਿਹਾ, ਹਿੰਦੂ ਪੂਜੈ ਦੇਹੁਰਾ, ਮੁਸਲਮਾਨ ਮਸੀਤ। ਕਹਿੰਦੇ ਹਿੰਦੂ ਕਹਿੰਦਾ ਜਿਹੜਾ ਮੇਰਾ ਰੱਬ ਆ ਉਹ ਤੇ ਦੇਹੁਰੇ ਦੇ ਵਿੱਚ ਹੈ, ਮੁਸਲਮਾਨ ਕਹਿੰਦਾ ਮੇਰਾ ਰੱਬ ਤੇ ਮੱਕੇ ਦੇ ਵਿੱਚ ਹੈ, ਮਸੀਤ ਦੇ ਵਿੱਚ ਹੈ। ਜਿਹੜਾ ਗੁਰੂ ਕਾ ਸਿੱਖ ਹੈ ਨਾ, ਉਹ ਕਹਿੰਦਾ ਨਾਮੇ ਸੋਈ ਸੇਵਿਆ ਜੇ ਦੇਹੁਰਾ ਨਾ ਮਸੀਤ। ਜਿਹੜਾ ਨਾ ਤੇ ਦੇਹੁਰੇ 'ਚ ਹੈ, ਨਾ ਮੰਦਰ ਦੇ ਵਿੱਚ ਹੈ, ਨਾ ਮਸੀਤ ਦੇ ਵਿੱਚ ਹੈ, ਤੇ ਨਾ ਹੀ ਗੁਰਦੁਆਰੇ ਦੇ ਵਿੱਚ ਹੈ। ਗੁਰੂ ਕਾ ਸਿੱਖ ਕਹਿੰਦਾ ਹੈ ਉਹ ਤੇ ਜੈ ਜੈ ਪੇਖੋਂ ਤਹਿ ਹਜ਼ੂਰ, ਦੂਰ ਕਤੂ ਨਾ ਜਾਈ, ਰਵ ਰਿਹਾ ਸਰਬੱਤਰ ਮੈਂ ਮਨ, ਸਦਾ ਤੇ ਆਈ। ਹੁਣ ਸੁਣਿਓ, ਹੱਕ ਸੱਚ ਖਾਲਕ ਖਲਕ ਮਿਆਨੇ, ਸਿਆਮ ਮੂਰਤ ਨਾਹੇ। ਕਹਿੰਦੇ ਅਸਮਾਨ ਮਿਆਨੇ ਲਹੰਗ ਦਰਿਆ, ਬੜਾ ਪਿਆਰਾ ਬਚਨ ਹੈ। ਕਹਿੰਦੇ ਪ੍ਰਮਾਤਮਾ ਅਕਾਲ ਪੁਰਖ ਹੈ ਨਾ, ਜਿਹੜਾ ਤੇਰੇ ਅੰਤਹਿਕਰਨ ਦੇ ਵਿੱਚ ਬੈਠਾ ਹੈ। ਕਹਿੰਦੇ ਇੱਥੇ ਬੈਠਾ ਰੱਬ ਤੇਰੇ ਦਸਮ ਦਵਾਰ ਦੇ ਵਿੱਚ, ਤੂੰ ਉਸ ਰੱਬ ਦੇ ਨਾਲ ਸਾਂਝ ਪਾ, ਤੈਨੂੰ ਬਾਹਰ ਲੱਭਣ ਦੀ ਲੋੜ ਹੀ ਨਹੀਂ ਪੈਣੀ। ਰੱਬ ਤੈਨੂੰ ਅੰਦਰੋਂ ਮਿਲ ਜਾਏਗਾ, ਅੰਦਰੋਂ ਆਪਣੇ ਆਪ ਦੀ। ਤਾਂ ਹੀ ਸਤਿਗੁਰੂ ਜੀ ਨੇ ਕਿਹਾ, ਮਾਲਕ ਜੀ ਕਹਿੰਦੇ ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ, ਸੰਗ ਸਮਾਈ ਉਹ ਤੇ ਤੇਰੇ ਨਾਲ ਹੈ। ਬਾਹਰ ਕੀ ਵੇਖਦਾ ਫਿਰਦਾ, ਲੱਭਦਾ ਫਿਰਨਾ। ਕਹਿੰਦੇ ਪਰਮਾਤਮਾ ਅਕਾਲ ਪੁਰਖ ਹੈ ਨਾ, ਜਿਹੜਾ ਸਿਆਮ ਮੂਰਤ ਨਾ ਹੈ। ਕਹਿੰਦੇ ਮੰਦਰ ਦੇ ਵਿੱਚ ਨਹੀਂ, ਮਸੀਤ ਦੇ ਵਿੱਚ ਨਹੀਂ, ਉਹ ਤੇਰੇ ਅੰਦਰ ਬੈਠਾ ਹੋਇਆ। ਅਸਮਾਨ ਮਿਆਨੇ ਲਹੰਗ ਦਰਿਆ, ਗੁਸਲ ਕਰਦਨ ਬੂੰਦ। ਕਹਿੰਦੇ ਉਸ ਅੰਤਹਿਕਰਨ ਦੇ ਵਿੱਚ ਇਸ਼ਨਾਨ ਕਰ ਫਕਰ ਦਾਇਮ ਲਾਏ ਚਸ਼ਮੇ। ਕਹਿੰਦੇ ਫਕੀਰੀ ਦਾ ਵੇਸ਼ ਧਾਰਨ ਕਰ, ਤੇ ਕਹਿੰਦੇ ਜਦੋਂ ਤੂੰ ਐਨਕ ਲਾਏਗਾ ਨਾ ਗਿਆਨ ਦੀ, ਸਮਝ ਦੀ, ਸੋਚ ਦੀ, ਸ਼ਬਦ ਦੀ, ਵਿਚਾਰ ਦੀ, ਕਰ ਫਕਰ ਦਾ ਮਤਲਬ ਫਕੀਰੀ ਵਾਲਾ ਜੀਵਨ, ਸਾਦਾ ਜੀਵਨ। ਪਰ ਕਰ ਫਕਰ ਦਾਇਮ ਲਾਏ ਚਸ਼ਮੇ, ਜਹਾਂ ਤਹਾਂ ਮੌਜੂਦ। ਜਦੋਂ ਤੂੰ ਗਿਆਨ ਦੀ ਐਨਕ ਲਾਏਗਾ, ਸਮਝ ਦੀ ਐਨਕ ਲਾਏਗਾ, ਰੱਬ ਤੇ ਤੈਨੂੰ ਜਹਾਂ ਤਹਾਂ ਮੌਜੂਦ, ਹਰ ਪਾਸੇ ਵਸਦਾ ਹੋਇਆ, ਰਮਿਆ ਹੋਇਆ ਜਿਹੜਾ ਉਹ ਨਜ਼ਰ ਆਏਗਾ। ਆਖਰੀ ਬੰਦ ਭਗਤ ਕਬੀਰ ਸਾਹਿਬ ਨੇ ਕਿਹਾ, ਕਹਿੰਦੇ ਅੱਲਾਹ ਪਾਕੰ ਪਾਕ ਹੈ। ਰੱਬ ਜਿਹੜਾ ਨਾ ਉਹ ਪਵਿੱਤਰ ਤੋਂ ਪਵਿੱਤਰ ਆਤਮਾ ਹੈ। ਤੇ ਦੂਜੀ ਗੱਲ ਇਹ ਹੈ ਵੀ ਰੱਬ ਤੇ ਕਿਸੇ ਪ੍ਰਕਾਰ ਦਾ ਸ਼ੱਕ ਨਹੀਂ। ਅੱਲਾਹ ਪਾਕੰ ਪਾਕ ਹੈ, ਪਵਿੱਤਰ ਤੋਂ ਪਵਿੱਤਰ ਹੈ। ਤੇ ਜਿਹੜਾ ਚੇਤੇ ਰੱਖਿਆ ਜੇ ਉਸ ਪਵਿੱਤਰ ਨਾਲ ਰੂਹ ਪਰਮਾਤਮਾ ਨਾਲ ਜੁੜ ਜਾਂਦਾ, ਉਹ ਵੀ ਪਵਿੱਤਰ ਹੋ ਜਾਂਦਾ। ਪਵਿੱਤਰ 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 ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ। ਅੱਲਾਹ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ। ਸ਼ੱਕ ਤੇ ਤਾਂ ਕਰੀਏ ਨਾ ਜੇ ਉਹਦੇ ਵਰਗਾ ਘੋਰ ਹੋਵੇ। ਕਬੀਰ ਕਰਮ ਕਰੀਮ ਕਾ ਉਹ ਕਰੇ ਜਾਣੈ ਸੋਏ। ਕਹਿੰਦੇ ਉਹ ਬਖਸ਼ਿਸ਼ ਕਰਨ ਵਾਲਾ ਹੈ, ਉਹ ਰਹਿਮਤ ਕਰਨ ਵਾਲਾ ਹੈ। ਜਿਹਦੇ ਤੇ ਰੱਬ ਰਹਿਮਤ ਕਰ ਦਿੰਦਾ, ਬਖਸ਼ਿਸ਼ ਕਰ ਲੈਂਦਾ ਹੈ,
ਉਹ ਉਸ ਰੱਬ ਦੇ ਨਾਲ ਸਾਂਝ ਪਾ ਲੈਂਦਾ ਹੈ। ਉਹਨੂੰ ਇਸ ਚੀਜ਼ ਦੀ, ਇਸ ਗੱਲ ਦੀ ਸਮਝ ਆ ਜਾਂਦੀ ਹੈ। ਗੁਰੂ ਸਾਹਿਬ ਜੀ ਬਖਸ਼ਿਸ਼ ਕਰਨ, ਮਾਲਕ ਰਹਿਮਤ ਕਰਨ। ਆਪ ਸਾਰੀਆਂ ਸੰਗਤਾਂ ਗੁਰੂ ਦੇ ਚਰਨਾਂ ਦੇ ਵਿੱਚ ਬੈਠ ਕੇ ਗੁਰੂ ਦੇ ਸ਼ਬਦ ਦੀ ਵਿਚਾਰ ਸ਼ਰਵਣ ਕਰ ਰਹੀਆਂ ਜੇ। ਸਤਿਗੁਰੂ ਜੀ ਕਿਰਪਾ ਕਰਨ, ਇਹ ਗੁਰੂ ਦੇ ਸ਼ਬਦ ਦੀਆਂ ਵਿਚਾਰਾਂ ਦੀ ਸਾਨੂੰ ਸਾਂਝ ਪੈ ਜੇ। ਅਸੀਂ ਵੀ ਇਹ ਬਹਿਸ ਵਸਈਏ ਦੇ ਨਾਲੋਂ ਨਾ ਆਪਣੇ ਆਪ ਨੂੰ ਸਵਾਰਨ ਤੇ ਜ਼ੋਰ ਦਈਏ। ਬੰਦੇ ਖੋਜ ਦਿਲ ਹਰ ਰੋਜ਼ ਨਾ, ਫਿਰ ਪਰੇਸ਼ਾਨੀ ਮੈਂ ਸਾਡੀਆਂ ਪਰੇਸ਼ਾਨੀਆਂ ਹੀ ਮੁੱਕ ਜਾਣੀਆਂ। ਸਾਡਾ ਜ਼ੋਰ ਲੱਗਿਆ ਅਸੀਂ ਦੁਨੀਆ ਸਵਾਰ ਲਈਏ। ਚੇਤੇ ਰੱਖਿਆ ਜੇ, ਸਤਿਗੁਰੂ ਕਹਿੰਦੇ ਦੁਨੀਆ ਤੇ ਬਾਅਦ ਦੀ ਹੈ, ਪਹਿਲਾਂ ਤੂੰ ਆਪਣੇ ਆਪ ਨੂੰ ਸਵਾਰ। ਜਿੱਦਣ ਆਪ ਸਵਾਰ ਲਏਗਾ ਨਾ, ਆਪ ਸਵਾਰੈ ਮੈਂ ਮਿਲਿਆ ਸੁਖ ਹੋਏ, ਜੇ ਤੂੰ ਮੇਰਾ ਹੋਏ ਰਹਿ ਸਭ ਜਗ ਤੇਰਾ ਹੋਏ। ਗੱਲ ਹੈ ਪਹਿਲਾਂ ਆਪਣੇ ਆਪ ਨੂੰ ਸਵਾਰੀਏ। ਆਓ ਗੁਰੂ ਘਰ ਦੇ ਮਹਾਨ ਕੀਰਤਨੀਏ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੇ ਹਜ਼ੂਰੀ ਕੀਰਤਨੀਏ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਭਾਈ ਸਾਹਿਬ ਭਾਈ ਸਤਿੰਦਰ ਵੀਰ ਸਿੰਘ ਜੀ ਆਪ ਸੰਗਤਾਂ ਨੂੰ ਇਲਾਹੀ ਬਾਣੀ ਦੇ ਕੀਰਤਨ ਸ਼ਰਵਣ ਕਰਵਾਉਣ ਵਾਸਤੇ ਪਹੁੰਚ ਰਹੇ ਨੇ। ਮੈਂ ਭਾਈ ਸਾਹਿਬ ਨੂੰ ਬੇਨਤੀ ਕਰਾਂ ਉਹ ਸਟੇਜ ਤੇ ਆ ਜਾਣ। ਆਪ ਵੀ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜਿਹੜੀਆਂ ਘਰਾਂ 'ਚ ਨੇੜੇ ਨੇੜੇ ਬੈਠ ਕੇ ਸੁਣ ਰਹੀਆਂ ਹੈ, ਉਹ ਭਾਈ ਸਾਰੀਆਂ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਪਹੁੰਚੋ। ਆਪਾਂ ਭਾਈ ਸਾਹਿਬ ਭਾਈ ਸਤਿੰਦਰ ਵੀਰ ਸਿੰਘ ਜੀ, ਜਿਨ੍ਹਾਂ ਨੂੰ ਆਮ ਤੌਰ 'ਤੇ ਆਪਾਂ ਵੱਖ-ਵੱਖ ਸਟੇਜਾਂ ਤੋਂ ਵਿਸ਼ੇਸ਼ ਤੌਰ 'ਤੇ ਸ੍ਰੀ ਦਰਬਾਰ ਸਾਹਿਬ ਤੋਂ ਆਪਾਂ ਲਾਈਵ ਸੁਣਦੇ ਹਾਂ, ਉਹਨਾਂ ਨੂੰ ਅੱਜ ਸੁਣਨ ਦਾ ਮੌਕਾ ਮਿਲਿਆ ਹੈ ਤੇ ਇਹ ਮੌਕਾ ਆਪਾਂ ਗਵਾਈਏ ਨਾ। ਆਓ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਇਹਨਾਂ ਦੀ ਰਸਨਾ ਤੋਂ ਇਲਾਹੀ ਬਾਣੀ ਦੇ ਕੀਰਤਨ ਸ਼ਰਵਣ ਕਰੀਏ। ਦਾਸਰੇ ਦੇ ਕੋਲੋਂ ਵਿਚਾਰ ਕਰਦਿਆਂ ਹੋਇਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ। ਸਤਿਗੁਰੂ ਅਤੇ ਸੰਗਤ ਬਖਸ਼ਣ ਹਾਰ ਹੈ, ਬਖਸ਼ ਲੈਣਾ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ।
कृपा करहो दीन के दाते, मेरा गुण अवगण ना विचारहु को। माटी का